ਉਹਦੇ ਦੋ ਦੋ ਤਰੇ ਤਰੇ ਬਿਆਨ ਨੇ। ਅਸਲਮ ਖਾਨ ਹੈ, ਅਸਲਮ ਖਾਨ ਹੈ। ਚੱਲ ਮੈਂ ਲਾਨਤ ਪਾਣਾ ਉਹਦੇ ਤੇ ਜਿਹੜਾ ਦੌੜਿਆ ਉਤੋਂ, ਤੇ ਤੂੰ ਉਹਦੇ ਤੇ ਲਾਨਤ ਪਾ ਜਿਹਨੇ ਮੈਨੂੰ ਥੱਲੇ ਲਾਇਆ। ਬਲਕਿ ਆਖੋ ਵਲਦੁਲ ਜ਼ਨਾ ਤੇ ਬਲਦੁਲ ਹਰਾਮ ਹੈ ਜਿਹਨੇ ਮੈਨੂੰ ਥੱਲੇ ਲਾਇਆ, ਤੇ ਜੇ ਮੈਂ ਦੌੜਿਆ ਤੇ ਇਹੋ ਹੀ ਗੱਲ ਮੇਰੇ ਤੇ ਪਾ ਲਾਨਤ। ਉਹ ਤੁਸੀਂ ਇੰਜ ਕਰ ਲਓ ਨਾ ਮੇਰੇ ਨਜ਼ੀਰ ਭਾਈ ਜੀ ਜੀ, ਤੁਸੀਂ ਹੁਣ ਫਸ ਗਏ ਹੋ ਤੇ ਫਸਣ ਤੋਂ ਬਾਅਦ ਤੁਸੀਂ ਬਦਦੁਆਵਾਂ ਦੇਣੀਆਂ ਸ਼ੁਰੂ ਕਰ ਦਿਓ ਨਾ, ਤੇ ਕੋਈ ਕਾਤਲਾਨਾ ਹਮਲੇ ਕਰਾਓ ਇਹਨਾਂ ਦੇ ਉੱਤੇ, ਕਾਤਲਾਨਾ ਹਮਲੇ ਕਰਾਓ ਤੇ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰੋ, ਤੇ ਬਦਦੁਆਵਾਂ ਤੇ ਕੋਈ ਛੋਲੇ ਪੜਾ ਕੇ ਨਾ ਖੂਹ ਚ ਸੁੱਟਵਾਓ, ਇਹ ਕੰਮ ਕਰਾਓ। ਹਾਂ ਹੁਣ ਚੂੰਕਿ ਤੁਸੀਂ ਫਸ ਗਏ ਹੋ, ਇਹ ਇੱਕ ਬਿਹਤਰੀਨ ਤਰੀਕਾ ਨਹੀਂ ਹੈ। ਕਿਉਂ ਜੀ ਅਸਲਮ ਸਾਹਿਬ? ਅਸਲਮ ਸਾਹਿਬ ਮਾਈਕ ਪੁੱਟੋ ਜੀ, ਗੱਲ ਕਰੋ ਮੁਫਤੀ ਸਾਹਿਬ। ਅਸਲਮ ਸਾਹਿਬ ਇਹ ਤਰੀਕਾ ਠੀਕ ਨਹੀਂ, ਇਹਨਾਂ ਨੂੰ ਮੈਂ ਦੱਸਿਆ। ਕੀ ਹੋ ਗਿਆ ਜੇ? ਸੱਪ ਸੁੰਘ ਗਿਆ ਜੇ? ਇਹ ਮੁਸ਼ਕੀ ਸਾਹਿਬ ਤੁਹਾਡੇ ਨਾਲ ਵੀ ਬਹੁਤਾ ਰੌਲਾ ਪਾਉਂਦੇ, ਇਹਨਾਂ ਨਾਲ ਕੀ ਗੱਲ ਕਰੀ? ਉਹ ਤਾਂ ਠੀਕ ਹੈ, ਇੰਜ ਦਾ ਕੰਮ ਨਾ ਕਰ ਲਈਏ ਜਿੰਜ ਦਾ ਮਿਰਜ਼ੇ ਕਾਦੀਆਨੀ ਨੇ ਕੀਤਾ ਸੀ। ਉਹ ਜਦੋਂ ਫਸ ਗਿਆ ਸੀ ਤੇ ਉਹਨੇ ਤੇ ਜਨਾਬ ਅਬਦੁੱਲਾ ਆਥਮ ਤੇ ਕਾਤਲਾਨਾ ਹਮਲੇ ਕਰਵਾ ਰਿਹਾ ਹੈ, ਔਰ ਉਹਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤੇ ਬਦਦੁਆਵਾਂ ਦੇ ਰਿਹਾ ਹੈ, ਤੇ ਚੀਖੋ ਪੁਕਾਰ ਸਾਰੇ ਕਾਦੀਆਨੀ ਘਰਾਣਿਆਂ ਦੇ ਵਿੱਚ ਹੋ ਰਹੀ ਹੈ, ਆਹੋ ਬਕਾ ਹੋ ਰਹੀ ਹੈ, ਤੇ ਚੀਕਾਂ ਮਾਰਦੇ ਨੇ ਪਏ ਕਿ ਮਰ ਜਾਏ ਅਬਦੁੱਲਾ ਆਥਮ, ਮਰ ਜਾਏ। ਅਬੇ ਹੁਣ ਮੈਂ ਉੱਤੇ ਤੇ ਇੰਜ ਦਾ ਕੰਮ ਆਮਿਰ ਨਜ਼ੀਰ ਭਾਈ ਨੂੰ ਤੁਸੀਂ ਮਸ਼ਵਰਾ ਦਿਓ ਨਾ ਕਿ ਕਾਦੀਆਨੀਅਤ ਦੇ ਬਾਰੇ ਇੰਜ ਕਰਨ, ਗੱਲ ਸੁਣਨਾ ਕਿਉਂਕਿ ਹੁਣ ਫਸ ਗਏ ਨੇ ਨਾ। ਗੱਲ ਤੇ ਸੁਣਨਾ, ਹੁਣ ਵੇ ਗੱਲ ਹੁੰਦੀ ਹੈ ਥੱਲੋਂ ਵੀ ਕਈ ਲੱਤਾਂ ਨੂੰ ਪੈਂਦੇ, ਇਹ ਕੀ ਵਜ੍ਹਾ ਵਾ? ਇਹ ਨਹੀਂ, ਮੇਰੇ ਵਿੱਚ ਲੱਤਾਂ ਨੂੰ ਪੈਣ ਵਾਲਾ ਕੰਮ ਮਿਰਜ਼ੇ ਕਾਦੀਆਨੀ ਵਾਲਾ ਕੰਮ ਤੇ ਨਹੀਂ ਹੈ ਮੇਰੇ ਕੋਲ, ਕਿਉਂਕਿ ਲੱਤਾਂ ਨੂੰ ਤੇ ਪੈਂਦਾ ਸੀ ਮਿਰਜ਼ਾ ਕਾਦੀਆਨੀ। ਆ ਵੇ ਥੱਲੇ ਵੀ ਕਮੈਂਟਾਂ 'ਚ ਲੱਤਾਂ ਨੂੰ ਪੈਂਦੇ, ਕੀ ਵਜ੍ਹਾ ਕੀ ਹੈ? ਤੁਹਾਡੇ ਕੋਈ ਖਾਸੀਅਤ ਹੈ? ਉਹ ਨਹੀਂ, ਇਹਨਾਂ ਦੇ ਵਿੱਚ ਵੀ ਹੈ ਨਾ ਮਸੀਹ ਮਊਦ ਦੀ ਰੂਹ ਆ ਗਈ ਹੈ ਲੱਗਦਾ ਹੈ, ਕਿਉਂਕਿ ਮਸੀਹ ਮਊਦ ਸਾਹਿਬ ਥੱਲੇ ਕੌਣ ਮੈਸੇਜ ਗੱਲ ਕਰਨ ਲੱਗਿਆ? ਮਸੀਹ ਮਊਦ ਸਾਹਿਬ ਤੇ ਫਰਮਾਉਂਦੇ ਨੇ ਮੈਂ ਕੁੱਤਾ ਵਾਂ, ਬਲਕਿ 1000 ਕੁੱਤਿਆਂ ਤੋਂ ਵੀ ਵੱਧਤਰ ਕੁੱਤਾ ਵਾਂ। ਇਹ ਮੁਜੱਦਦ ਦੇ ਵਕਤ ਤੇ ਮਿਰਜ਼ਾ ਕਾਦੀਆਨੀ ਦਾ ਪੈਰੋਕਾਰ ਅਸਲਮ ਖਾਨ ਸਾਹਿਬ ਹੈ, ਤੇ ਤਾਰਕ ਚੌਹਾਨ ਸਾਹਿਬ ਨੇ ਮੁਜੱਦਦ ਦੇ ਵਕਤ ਜਿਹੜੇ ਨੇ ਨਾ, ਹੁਣ ਦੇ ਮੌਜੂਦਾ ਸਦੀ ਦੇ ਮੁਜੱਦਦ ਅਬਦੁਲ ਗਫਾਰ ਜੰਬਾ ਸਾਹਿਬ, ਇਹ ਉਹਨਾਂ ਦੇ ਪੈਰੋਕਾਰ, ਉਹਨਾਂ ਦੇ ਅੱਗੋਂ ਮੁਨਸ਼ੀ ਨੇ। ਇਹਨਾਂ ਨੂੰ ਜਵਾਬ ਵੀ ਤੇ ਦੇਣ ਦਿਓ ਨਾ, ਜਵਾਬ ਨਹੀਂ ਕੋਈ ਦਿੰਦੇ। ਮੈਂ ਤੇ ਨਾ ਕੋਈ ਥੋੜਾ ਟੁਰਨ ਅੱਗੇ। ਅਸਲਮ ਖਾਨ ਸਾਹਿਬ ਗੱਲ ਕਰੋ ਮੁਫਤੀ ਸਾਹਿਬ ਨਾਲ। ਅੱਗੇ ਕੁੱਤਾ ਵੱਜਾ ਹੁੰਦਾ ਤੇ ਤੁਹਾਡੇ ਨਾਲ ਗੱਲ ਬੰਦੇ ਨੇ ਕੀ ਕਰਨੀ? ਕੁੱਤਾ ਵੱਜਾ ਹੁੰਦਾ ਹੈ? ਕੀ ਹੋਇਆ ਕੁੱਤੇ ਨੂੰ? ਕੁੱਤਿਆ ਕੁੱਤੀ ਸ਼ੁਰੂ ਕਰ ਛੜੀ ਮੂੰਹ ਨਾਲ ਲੱਗੇ ਕੁੱਤਾ ਵੱਜਾ ਹੁੰਦਾ ਵਾ, ਤੇ ਤੁਹਾਡੇ ਨਾਲ ਗੱਲ ਕਿਸੇ ਕੀ ਕਰਨੀ ਹੈ? ਛਿੱਕੂ ਪਾ ਕੇ ਰੱਖਿਆ ਕਰ ਮੂੰਹ ਨੂੰ। ਅੱਛਾ, ਤਾਂ ਹੀ ਮਿਰਜ਼ਾ ਜੀ ਦੇ ਨਾਲ ਕੋਈ ਗੱਲ ਨਹੀਂ ਸੀ ਕਰਦਾ ਕਿ ਉਹ ਕੁੱਤਾ ਵੱਜਾ ਸੀ। ਹੈ हजरत जी फरमाते ने अगर वो मुझ पर राजी नहीं और मैं उसकी निगाह में बुरा हूँ तो फिर कुत्ते की तरह क्या 1000 दर्जे कुत्तों से बदतर हूँ। हाँ जी असलम साहब की हाल है? असलम साहब मिर्जा जी दे नाल भी ताई लोग गल नहीं सन करदे। टट्टी मुत्तर एदा भी ओही हिसाब है जिस तरह कुफारे मक्का नबी अकरम सल्लल्लाहु अलैहि वसल्लम ते बकवास करदे सन। यार भाई कौन आए हो तुसी गल कर लैंदे हो यार एक बंदे नाल। जिवें कुफारे मक्का बकवास करदे सन उसे तरह तू टट्टी मुत्तर तू इसे तरह बकवास करना ते तेरी मौत कुत्ते दी तो बदतर होनी है। ठीक है ना? वेला कि मैं तेरे क्या मुश्किल सुन ले तेरे मैं क्या है तेरा तेरा हिसाब है जिस तरह नबी अकरम सल्लल्लाहु अलैहि वसल्लम दे जमाने च नबी अकरम सल्लल्लाहु अलैहि वसल्लम नु गुस्ताखियां करदे सन ना लोकी गाला कटदे यार गब्बर साहब गल कर लैंदे हो यार। तू भी वही कुत्ता है तू भी वही कुत्ता है तू भी साडे नबी दी मेरे से आसा कौन है भाई यारी। ठीक है ना? ਉਹ ਤੁਹਾਨੂੰ ਬਦਵਾਵਾਂ ਤੇ ਉਹਨਾਂ ਨੂੰ ਦੇ ਲੈਣ ਦੋ ਨਾ, ਦੇ ਲੋ ਗੱਬਰ ਸਾਹਿਬ ਹੋਰ ਬਦਵਾਵਾਂ ਦੇ ਲੋ। ਇਹਨਾਂ ਦੀ ਮੌਤ ਮੁਫਤੀ ਸਾਹਿਬ ਦੀ ਇੰਜ ਹੋਣੀ, ਕਿਸ ਤਰ੍ਹਾਂ ਦੀ ਮੌਤ ਹੋਣੀ? ਸ਼ਰਮ ਕਰ ਅਮਰ ਨਜ਼ੀਰ ਕਿਸ ਤਰ੍ਹਾਂ ਦੀ ਮੌਤ ਹੋਣੀ ਮੁਫਤੀ ਸਾਹਿਬ ਦੀ? ਮਰ ਜਾ ਡੁੱਬ ਕੇ ਮਰ ਜਾ। ਮੁਸ਼ਰਕੀਨ ਮੱਕਾ ਕਫਾਰੇ ਮੱਕਾ मिर्जे कफारे मक्का अंग्रेज दी मौत है इंशाल्लाह। गब्बर भी कादियानी है। जिस तरह कफारे जिस तरह नबी अकरम सल्लल्लाहु अलैहि वसल्लम गुस्ताखियां कफारे मक्का करते थे ना चलो यक ना दो शुद्ध कुत्ते मूत्र मारेगा ते असलम साहब सन तो गब्बर सिंह साहब आ गए। ਇਹ ਮੋਦੀ ਸਾਹਿਬ ਟੱਟੀ ਮੂਤਰ ਤੁਹਾਨੂੰ ਕਹਿ ਰਿਹਾ ਸੀ। ओ अच्छा अच्छा हाय हाय टट्टी मूत्र ए टट्टी मूत्र हैगा राजा टेंड बैठी है यार मैं तस्वीर ਵੱਡੀ ਕਰੋ यार अमर से।
ਕੁੱਤੇ ਬੋਤੇ ਆ ਗਏ ਨੇ, ਚੱਲ ਯਾਰ ਅਸਲਮ ਚੱਲੀਏ, ਕੁੱਤੇ ਸੂਰ ਇਕੱਠੇ ਨਾ ਯਾਰ ਕੋਈ ਬੰਦਾ ਨਹੀਂ ਬੋਲਦਾ, ਸਿਰਫ ਮੁਫਤੀ ਸਾਹਿਬ ਨਾਲ ਗੱਲ ਕਰੋ 1 on 1। ਜਾਣਾ ਨਹੀਂ ਭਾई, ਜਾਣਾ नहीं। ਇਹ ਕੀ ਮਾਜਰਾ ਹੈ? मिर्जा जी फरमाते ने पे कि अगर वो मुझ पर राजी नहीं और मैं इसकी निगाह में बुरा हूँ तो फिर कुत्ते की तरह क्या 1000 दर्जे कुत्तों से बदतर हूँ। मिर्जा जी अपने आप ਨੂੰ 1000 ਦਰਜੇ ਕੁੱਤਿਆਂ ਤੋਂ ਵੀ ਬਦਤਰ ਕਹਿੰਦੇ ਨੇ। ਕੀ ਚੱਕਰ ਹੈ ਅਸਲਮ ਸਾਹਿਬ? ਗੱਬਰ ਸਾਹਿਬ ਤੇ ਟੁਰ ਗਏ ਜੇ ਤੁਹਾਨੂੰ ਫਸਾ ਕੇ। ਆ ਜਾਂਦੇ ਤੁਹਾਡੇ ਮੂੰਹ ਤੇ ਕੁੱਤਾ ਕਿਉਂ ਵੱਜ ਜਾਂਦਾ, ਇਹ ਦੱਸੋ ਪਹਿਲੇ, ਇਹਦਾ ਜਵਾਬ ਦਿਓ। ਨਹੀਂ ਮਾਜਰਾ ਕੀ ਏ ਕਿ ਮਸੀਹ ਮੌਦ ਕੁੱਤਾ ਸੀ ਕਿ ਜਾਂ 1000 ਦਰਜੇ ਕੁੱਤਿਆਂ ਤੋਂ ਬਦਤਰ ਸੀ? ਕੀ ਚੱਕਰ ਕੀ? ਇਹ ਕਿਹਾ ਵਾ ਜਦੋਂ ਤੁਸੀਂ ਹਾਰ ਜਾਂਦੇ ਜੇ ਤੇ ਕੁੱਤੇ ਤੁਹਾਡੇ ਮੂੰਹ ਤੇ ਯਾਰ ਮੈਂ ਤੇ ਵੇਖੋ ਕਿਤਾਬ ਪੇਸ਼ ਕਰ ਰਿਹਾ, ਮੈਂ ਹਾਰਨ ਹੁਰਾਨ ਦੀ ਗੱਲ ਤੇ ਨਹੀਂ ਕਰ ਰਿਹਾ। रूहानी खज़ाइन जिल्द 4 सफा 334 ਤੇ ਆਸਮਾਨੀ ਫੈਸਲਾ ਜੇ ਹੈ, ਆਸਮਾਨੂ ਫੈਸਲਾ ਹੈ। ਮੈਂ ਇਹ ਕਹਿ ਰਿਹਾ ਵਾਂ ਕਿ ਮੈਂ ਇਹ ਕਹਿ ਰਿਹਾ ਕਿ ਜਦੋਂ ਤੁਸੀਂ ਹਾਰ ਜਾਂਦੇ ਜੇ ਕੁੱਤੇ ਵਾਂਗੂ ਭੌਂਕਦੇ ਕਿਉਂ ਜੇ? ਦੱਸੋ। ਗੱਲ ਹੈ ਵੇ ਕਿ ਆਸਮਾਨੀ ਫੈਸਲਾ ਮੈਂ ਪੇਸ਼ ਕਰ ਰਿਹਾ ਵਾਂ, ਤੁਹਾਨੂੰ ਇਸਮਾਨੀ ਫੈਸਲਾ ਕਬੂਲ ਨਹੀਂ ਹੈ। ਆਸਮਾਨੀ ਫੈਸਲਾ ਹੈ ਕਿ ਮਿਰਜ਼ਾ ਜੀ ਕੁੱਤਿਆਂ ਤੋਂ 1000 ਦਰਜੇ ਬਦਤਰ ਨੇ। ਤੁਹਾਡੀਆਂ ਮਾਵਾਂ ਲੱਗਦਾ ਕੁੱਤੇ ਖਾ ਕੇ ਤੁਹਾਨੂੰ ਜੰਮਿਆ ਸੀ, ਕੁੱਤਾ ਹੀ ਵੱਜਾ ਰਹਿੰਦਾ। ਵੇਖ ਲੋ, ਮੈਂ ਤੇ ਨਹੀਂ ਕਿਹਾ ਹੈ ਮਿਰਜ਼ਾ ਸਾਹਿਬ ਨੂੰ ਕਿ ਮਿਰਜ਼ਾ ਜੀ ਕੁੱਤੇ ਨੇ ਜਾਂ ਕੁੱਤੇ ਤੋਂ 1000 ਬਦਤਰ ਨੇ, ਉਹ ਖੁਦ ਫਰਮਾਉਂਦੇ ਨੇ ਪਏ। ਅਸਲਮ ਸਾਹਿਬ ਕੁਝ ਤੇ ਦੱਸੋ, ਜਿਹੜੀ ਗੱਲ ਹੈ ਕੀ ਐਸੇ ਮਿਰਜ਼ਾ ਸਾਹਿਬ ਨਾਲ ਦੁਰਘਟਨਾ ਹੋਈ ਏ ਕਿ ਉਹ ਕੁੱਤੇ ਨਹੀਂ ਬਲਕਿ ਕੁੱਤਿਆਂ ਤੋਂ ਵੀ ਬਦਤਰ ਬਣ ਗਏ ਨੇ? ਉਹਨਾਂ ਮੈਂ ਕੁੱਤਿਆਂ ਤੋਂ ਵੀ ਬਦਤਰ ਹਾਂ। ਉਹ ਯੱਦੀ ਦਾ ਕਿਸੇ ਹੋਰ ਨੂੰ ਹੀ ਬੋਲ ਲੈਂਦਿਆ ਕਰ ਪਹਿਲੇ। अच्छा, ठीक है, फरमाओ फिर मिर्जा जी नाल ऐसा की माजरा होया सी कि ਉਹ ਕੁੱਤਿਆਂ ਤੋਂ ਵੀ ਬਦਤਰ ਹੋ ਗਏ ਨੇ? ਆਸਮਾਨੀ ਫੈਸਲਾ ਹੈ, ਆਸਮਾਨ ਤੋਂ ਇਹ ਫੈਸਲਾ ਨਾਜ਼ਲ ਹੋਇਆ ਜੇ, ਵੇਖ ਲੋ। ਹੈਲੋ ਅਸਲਮ ਸਾਹਿਬ, ਪਿੱਛੇ ਟੁਰ ਗਏ ਹੋ, ਵੇਖ ਲੋ ਤੁਸੀਂ ਹੁਣ ਜਵਾਬ ਦਿੱਤਿਆਂ ਬਗੈਰ। आसमान तो फैसला आया जे है, अज सगाने कूचे हा हम कम तरेम चल, वो निकल ही गए जे। हुण बंदा इत्थे की करे? आसमानी फैसला ते छड्ड के टुर गए हो है? चलो यार करो गल, करो भाई। होर कोई कादियानी आ जाओ भाई, कोई समझाओ सानू। ਗੱਲ ਕੀ ਕਰਨੀ? ਇੱਕ ਆਮਦਾ ਉਹ ਗਾਲਾਂ ਕੱਢਣ ਲੱਗ ਪੈਂਦਾ, ਦੂਜਾ ਆਮਦਾ ਬਦੁਆਵਾਂ ਦੇਣ ਲੱਗ ਪੈਂਦਾ। ਗੱਲ ਕੀ ਕਰੀਏ? ਕੋਈ ਗੱਲ ਕਰਨ ਵਾਲਾ ਇਹਨਾਂ 'ਚ ਹੈ ਹੀ ਨਹੀਂ। ਇਹਨਾਂ ਨੂੰ ਦੋ ਹੀ ਕੰਮ ਸਿਖਾਏ ਨੇ, ਜਾਂ ਬਦੁਆਵਾਂ ਦੇਣੀਆਂ ਜਾਂ ਗਾਲਾਂ ਕੱਢਣੀਆਂ ਜਾਂ ਛੋਲੇ ਪੜਨਾ। ਹਾਂ, ਕੋੜੇ ਦੇ ਪੁੱਤਰੋ ਆ ਕੇ ਗੱਲ ਕਰੋ। ਜਿਹੜੀ ਗੱਲ ਤੁਹਾਡੇ ਕੋਲ ਹੈ ਵੇ, ਕੋਈ ਦਲੀਲ ਨਾਲ ਗੱਲਬਾਤ ਕਰੋ, ਕੁਝ ਸੁਣੋ, ਕੋਈ ਜਵਾਬ ਦਿਓ, ਅਗਲੇ ਨੂੰ ਝੂਠਾ ਕਰੋ ਜੇ ਕਰ ਸਕਦੇ ਹੋ। ਤੇ ਇਹ ਕਿਹੜੀ ਹਰਕਤ ਹੈ? ਤੇਰੀ ਇੰਜ ਦੀ ਮੌਤ ਹੋਵੇਗੀ, ਉਹ ਫਲਾਣਿਆਂ ਤੂੰ ਇੰਜ ਮਰ ਜਾਏਗਾ, ਤੇਰਾ ਕੱਖ ਨਾ ਰਵੇਗਾ, ਉਹ ਤੇਰੇ ਕੁੱਤੇ ਵਰਗੀ ਮੌਤ। ਇੱਕ ਉਹ ਸ਼ੁਰੂ ਹੋ ਗਿਆ। ਦੂਜਾ ਮਿਰਜ਼ਾ ਕਾਦੀਆਨੀ ਵੀ ਇਹੋ ਹੀ ਕਹਿੰਦਾ ਸੀ, ਆਉ ਆਉ ਤੁਮ ਆਉ ਆਉ ਕਰਤੇ, ਕੁੱਤੋਂ ਕੀ ਤਰ੍ਹਾਂ ਆਉ ਆਉ ਕਰਤੇ ਹੈ, ਆਉ ਆਉ। ਇਹੋ ਹੀ ਕੰਮ ਕਾਦੀਆਨੀਆਂ ਕੋਲੇ। ਹਰ ਇੱਕ ਨੂੰ ਇਹ ਕਹਿੰਦੇ ਨੇ ਬਾਈ ਤੂੰ ਭੌਂਕਣਾ ਪਿਆ, ਤੂੰ ਆਉ ਆਉ ਕਰਨਾ ਪਿਆ ਹੈ। ਇਹੋ ਹੀ ਕੰਮ ਮਸੀਹ ਮੌਦ ਵੀ ਕਰਦਾ ਹੁੰਦਾ ਸੀ। ਜਵਾਬ ਕੋਈ ਨਹੀਂ ਹੈ ਤੇ ਬਸ ਇਹੋ ਹੀ ਅਗਲੇ ਨੂੰ ਕਹਿ ਕੇ ਚੁੱਪ ਕਰਾ ਦਿਓ ਕਿ ਤੂੰ ਕੁੱਤਿਆਂ ਵਾਂਗਰਾ ਭੌਂਕਣਾ ਪਿਆ ਤੇ ਆਉ ਆਉ ਕਰਨਾ ਹੈ। ਉੱਥੇ ਮੈਂ ਪਿਆ ਨਾ ਆਪਣੀਆਂ ਬਰਾਡਾਂ ਤੇ ਬਹਿ ਕੇ ਨਾ ਤੇ ਬੜਕਾ ਮਾਰਨ ਲੱਗੇ ਹੁੰਦੇ ਨੇ, ਬੱਲੇ ਬੱਲੇ ਜੀ ਇਹ ਬੜੇ ਛੱਕੇ ਛਡਾਉਂਦੇ ਨੇ, ਇਹ ਜਿਹੜੇ ਨੇ ਨਾ ਸਾਡੇ ਫਲਾਣੇ ਭਾਈਜਾਨ। ਮੈਂ ਗਿਆ ਤੇ ਪਿਆ ਆਖਣਾ ਇਹ ਜੀ ਬੜੇ ਛੱਕੇ ਛਡਾ ਦਿੰਦੇ ਨੇ। ਦੂਜਾ ਪਿਆ ਆਖਿਓ ਖੁਰਮ ਰਾਣਾ, ਉਹ ਜਿਹੜਾ ਮੱਕੇ ਮਦੀਨੇ ਵੀ ਜਾ ਕੇ ਮੇਰੇ ਵਾਦੇ ਹੱਥ ਚੁੱਕ ਕੇ ਬਦੁਆਵਾਂ ਮੰਗਣ ਲੱਗਿਆ ਸੀ, ਉਹ ਕਹਿੰਦਾ ਪਿਆ ਇਹ ਅਸਲ ਦੇ ਵਿੱਚ ਜਿਹੜੇ ਨਵੇਂ ਅਹਿਮਦੀ ਹੁੰਦੇ ਨੇ ਨਾ, ਇਹ ਬੜੇ ਵੱਡੇ ਆਲਮ ਹੁੰਦੇ ਨੇ, ਕਿਉਂਕਿ ਤਹਿਕੀਕ ਕਰਕੇ ਹੋਏ ਹੁੰਦੇ ਨੇ ਨਾ, ਤੇ ਇਹ ਬੜੇ ਛੱਕੇ ਛਡਾਉਂਦੇ ਨੇ ਮੁਸਲਮਾਨਾਂ। ਬੱਲੇ ਬੱਲੇ ਬੱਲੇ। ਮੈਂ ਉੱਤੇ ਲਗਾ ਗਿਆ, ਮੈਂ ਕਿਹਾ ਮੈਂ ਆ ਗਿਆ ਬਈ, ਤੁਸੀਂ ਇੰਜ ਕਰੋ ਛੱਕੇ ਛਡਾਉਣ ਦੀ ਤਿਆਰੀ ਕਰ ਲਓ। ਕਿੰਨੇ ਛੱਕੇ ਛਡਾਣੇ ਨੇ? ਕਿਹੜਾ ਛਡਾਏ ਤੇ ਤੁਹਾਡੇ ਛੱਕੇ? 2-3 ਵਾਰੀ ਥੱਲੇ ਲਾਇਆ, ਮਿਊਟ ਕੀਤਾ, ਚੀਕਾਂ ਮਾਰੀਆਂ, ਗਾਲਾਂ ਕੱਢੀਆਂ, ਬਦੁਆਵਾਂ ਦਿੱਤੀਆਂ। ਇਹਦੇ ਇਲਾਵਾ ਕੱਖ ਨਹੀਂ ਹੈ ਇਹਨਾਂ ਮਿਰਜ਼ਾਈਆਂ ਦੇ ਪੱਲੇ, ਕੱਖ ਨਹੀਂ ਇਹਦੇ ਇਲਾਵਾ। ਕੱਖ ਵੀ ਨਹੀਂ ਹੈ। ਰੱਤੀ ਬਰਾਬਰ ਵੀ ਕੋਈ ਚੀਜ਼ ਹੋਏ ਨਾ, ਕੱਖ ਵੀ ਨਹੀਂ। ਅੱਜ ਤੱਕ ਤਜਰਬੇ ਤੋਂ ਇਹ ਚੀਜ਼ ਸਾਬਤ ਹੋਈ ਹੈ ਕਿ ਵੱਲਾ ਦੇਖੋ ਅਸੀਂ ਆਲਮੇ ਦੀਨ ਲੋਕ ਹਾਂ, ਆਲਿਮ ਹਾਂ, ਤੇ ਆਲਿਮ ਜਿਹੜਾ ਹੁੰਦਾ ਨਾ ਉਹ ਇਲਮ ਨਾਲ ਉਹਨੂੰ ਬੜਾ ਇੱਕ ਪਿਆਰ ਤੇ ਮੁਹੱਬਤ ਹੁੰਦੀ ਏ।
ਉਹ ਆਂਦਾ ਕਿ 4 ਕਿਤਾਬਾਂ ਖੁੱਲਣ, ਕਿਤਾਬੀ ਗੱਲ ਹੋਏ, ਲਿਖੀ ਪੜੀ ਗੱਲ ਹੋਏ ਤੇ ਲੇਕਿਨ ਅਸੀਂ ਬੜੀ ਖੁਆਇਸ਼ ਕਰ ਕਰਕੇ ਰਹਿ ਗਏ ਹਾਂ ਕਿ ਕੋਈ ਕਾਦੀਆਨੀਆਂ 'ਚ ਕੋਈ ਐਸਾ ਹੋਏ, ਕੋਈ ਲਿਖੀ ਪੜੀ ਸਾਡੇ ਨਾਲ ਗੱਲ ਕਰੇ, ਕੋਈ ਇਲਮੀ ਗੱਲ ਕਰੇ, ਕੋਈ ਆ ਕੇ ਮਤਲਬ ਸਾਨੂੰ ਫਸਾ ਲਵੇ ਜੀ, ਫਸਾ ਲਵੇ ਤੇ ਅਸੀਂ ਇਹ ਨਸਲ ਨੂੰ ਰਾਹ ਲੱਭੀਏ ਤੇ ਸਾਨੂੰ ਰਾਹ ਨਾ ਲੱਭੇ ਤੇ ਸਾਨੂੰ ਬੰਨ ਲੈਣ ਕਾਦੀਆਨੀ। ਲੇਕਿਨ ਅੱਜ ਤੱਕ ਨਹੀਂ ਹੋਇਆ, ਅੱਜ ਤੱਕ ਨਹੀਂ ਕੋਈ ਐਸਾ ਸੀਨ ਅਸੀਂ ਅੱਜ ਤੱਕ ਨਹੀਂ ਵੇਖਿਆ। ਲਿਖੀ ਪੜੀ ਤੁਸੀਂ ਆਂਦੇ ਹੋ ਗੱਲ ਹੋਵੇ ਤੇ ਲਿਖੀਆਂ ਪੜੀਆਂ ਵੀ ਤੇ ਇਹੋ ਹੀ ਨੇ ਨਾ। ਜਾਜ਼ੇ ਅਹਿਮਦੀ ਚ ਲਿਖਿਆ ਬਈ ਬੰਦਾ ਹਜ਼ਾਰਾਂ ਪੇਸ਼ਗੋਈਆਂ ਨੂੰ ਛੱਡ ਕੇ ਤੇ ਇੱਕ ਪੇਸ਼ਗੋਈ ਨੂੰ ਲੈ ਕੇ ਤੇ ਕੁੱਤੇ ਦੀ ਤਰ੍ਹਾਂ ਵਾਉ 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 ਕਰਤਾ ਹੈ। ਹੈਲੋ ਹਾਂ ਜੇ ਕਿਤਾਬਾਂ ਖੋਲੋ ਤੇ ਲਿਖੀਆਂ ਪੜੀਆਂ ਗੱਲਾਂ ਵੀ ਗਾਲਾਂ ਹੀ ਨੇ। ਜਿਹੜਾ ਵੱਡਾ ਵਡੇਰਾ ਇਹਨਾਂ ਦਾ ਉਹ ਕਿਹੜਾ ਕੋਈ ਲਿਖ ਗਿਆ, ਕੋਈ ਇਲਮੀ ਗੱਲ ਲਿਖ ਗਿਆ ਕਿ ਉਹਦੇ ਨਾਲ ਕੋਈ ਬਹਿਸ ਬੰਦਾ ਕਰੇ? ਉਹ ਵੀ ਇਹੋ ਕੁਝ ਲਿਖ ਕੇ ਗਿਆ, ਕੁੱਤੇ की तरह वाऊ वाऊ करता है। ਉਹ ਮੁਰਦਾਰ ਖਾਣ ਵਾਲੇ ਮੌਲਵੀਓ, ਮੁਰਦਾਰ ਖੋਰੋ ਮੌਲਵੀਓ, ਫਿਰ ਕਰ ਉਹ ਤੁਹਾਡੀ ਐਸੀ ਤੇ ਉਹ ਵੀ ਬਦਦੁਆਵਾਂ ਤੇ ਗਾਲਾਂ ਇਹਨਾਂ ਦੇ ਕੋਲ ਵੀ ਉਹ ਕੋਈ ਬਿਲਕੁਲ ਇਹੋ ਕੁਝ, ਹੋਰ ਕੱਖ ਵੀ ਨਹੀਂ। ਇਲਮੀ ਕਿਤਾਬੀ ਕਿਹੜੀ ਗੱਲ ਇਹਨਾਂ ਨਾਲ ਬੰਦਾ ਕਰੇ? ਕਿਹੜੀ ਕਿਤਾਬ ਇਹਨਾਂ ਨੇ ਜਦੋਂ ਨਾ ਇਹ 4 बने कुछ भी ना नजर आए और नहीं कुरान से बात करते हैं, कुरान से बात करते हैं, असी कहने हैं चलो आ जाओ कुरान नाल ही गल कर लो। जो कुरान ते आने आ दौड़न दी करते ओ भाई करो ते सही यार, कुछ भी नहीं यार। मिर्ज़े कादियानी ने तो क्या सी मेरे फिरके वाले जिहड़े ने दलाइल के जरिए मुखालिफिन दा मुंह बंद कर देणगे ते तुसीं ते मर जाओ, दौड़ के मुंह बंद करते हो हैं, नस्सा भजी शुरू कर देंदे हो। ਨਹੀਂ ਨਹੀਂ ਮੁਫਤੀ ਸਾਹਿਬ ਗਾਲਾਂ ਦੇ ਨਾਲ ਸਾਡੇ ਮੂੰਹ ਬੰਦ ਕਰ ਸਕਦੇ ਨੇ, ਸਾਡੇ ਕੋਲ ਆਵਾਜ਼ ਨਹੀਂ ਨਿਕਲਦੀ। ਹਾਂ ਗਾਲਾਂ ਦੇ ਜ਼ਰੀਏ ਜਾਂ ਨੱਸ ਭੱਜ ਕੇ ਉਹ ਵੀ ਜਿਹੜੀ ਗੱਲ ਹੈ ਨਾ ਕਹਿੰਦੇ ਨੇ ਹਾਥੀ ਕੇ ਦਾਨ ਖਾਣੇ ਕੇ ਔਰ ਦਿਖਾਣੇ ਕੇ ਔਰ, ਉਹ ਵੀ ਇਹਨਾਂ ਨੇ ਆਪਣੇ ਮਰਜ਼ਈਆਂ ਨੂੰ ਮੁਤਮਿਨ ਕਰਨ ਵਾਸਤੇ ਇੱਕ ਡਾਇਲੌਗ ਘੜਿਆ ਹੈ। ਬਾਤ ਕੁਰਾਨ ਸੇ ਹਮ ਕरेंगे, ਜਦੋਂ ਕੁਰਾਨ ਨਾਲ ਵੀ ਕਰੀਏ ਨਾ ਇਹਨਾਂ ਨੂੰ ਆਇਤ ਨਹੀਂ ਸਿੱਧੀ ਪੜ੍ਹਨੀ ਆਉਂਦੀ, ਅੱਲਾ ਦੀ ਕਸਮ ਚੁੱਕੇ ਉਹਨਾਂ ਇਹਨਾਂ ਮਰਜ਼ਈਆਂ ਨੂੰ ਕੁਰਾਨ ਦੀ ਆਇਤ ਸਿੱਧੀ ਨਹੀਂ ਪੜ੍ਹਨੀ ਆਉਂਦੀ। ਗੱਲ ਇਹਨਾਂ ਕੀ ਕਰਨੀ, ਗੱਲ ਕੀ ਕਰਨੀ ਹੈ। लेकिन जिन्हें को चंदा लेना है उन्होंने मुतमिन रखे है हम कुरान से बात करेंगे। मिर्ज़े कादियानी दी अरबी दी किताबां ने ये अपना नज़ीर साहब आए कोई एक दुनिया दा कादियानी सानू मिर्ज़े कादियानी दी इबारत अरबी इबारत एक लाइन ज्यादा नहीं, सिर्फ एक लाइन मुफ्ती बशर के सामने बैठ के पढ़ के बहा दो बस। नज़ीर साहब एक सवाल ले लो, मुफ्ती साहब एक सवाल ले लो। मैं नज़ीर साहब आ गए ने कादियानी मुरब्बी साहब। हाँ मेरे साथ गल है वे कि सवाल जरूर करो, फिर साडा भी सवाल असी भी करना जे ते दौड़िया जे ना करो जी नज़ीर साहब करो। अच्छा नज़ीर साहब नहीं इन्हां नाल पहले वादा दे कर लो ना, नहीं गल वादा दे कर लो क्योंकि सवाल करके दौड़ जांदे ने, सवाल करके जो दौड़ जांदे ने, एक सवाल तुहाडा ते एक सवाल साडा दौड़ना। मैं तो आलिम फाजिल नहीं है ना, तुसी आलिम फाजिल बंदे हो ना भाई। अच्छा दौड़ी दा तरी वे सुन लिया जी आमे नज़ीर भाई, हाँ मतलब है वे कि मैं सवाल करांगा, तुहानू सवाल दी इजाजत कोई नहीं है। नहीं मैं कह रहा मैं कोई मुफ्ती हैगा, मैं तो मुफ्ती नहीं है ना मेरे भाई। अच्छा मुफ्ती ते यार मुफ्ती आलिम ते असी ते काफर है ना, गैर अहमदी ते तुहाडे नज़दीक काफर ने ना, एक मिनट गैर अहमदियां कोलों ते तुहानू सवाल करन दी कोई इजाजत ही नहीं। सवाल ते ले लो, मेरे को सवाल भाई गल है वे ਜਾਂ ਤੇ ਤੁਸੀਂ ਸਾਨੂੰ ਕੁਝ ਸਮਝੋ ਨਾ। ਉਹ ਸਮਝਦੇ ਆ ਤੁਸੀਂ ਅੱਲਾ ਦੇ ਨੇਕ ਬੰਦੇ ਭਾਈ ਗੱਲ ਹੈ ਵੇ ਕਿ ਅਸੀਂ ਤੇ ਕਾਫਰ ਆ ਨਾ, ਤੁਹਾਡੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੈ ਕਿ ਗੈਰ ਅਹਿਮਦੀ ਕਾਫਰ ਨੇ। ਉਹ ਤੁਸੀਂ ਇੱਕ ਮਿੰਟ ਮੇਰਾ ਸਵਾਲ ਲੈ ਲਓ, ਉਸ ਤੋਂ ਬਾਅਦ ਭਾਈ ਉਹ ਸਵਾਲ ਤੇ ਤਦ ਕਰੋ, ਸਾਨੂੰ ਕੁਝ ਸਮਝੋ, ਜਾਂ ਤੁਸੀਂ ਸਾਨੂੰ ਮੁਸਲਮਾਨ ਸਮਝਦੇ ਹੋ। सवाल ले लो, कोई नहीं गल कर मौलाना कर लो जी, सवाल कर लो। अमृतसरी साहब ते मौलाना मोहम्मद हुसैन बटालवी साहब अगर कामयाब हो गए ने तो तुसी भी हो जाओगे। सवाल की है? हाँ वो तो हो गए जे। मैं क्या अगर उन्होंने कोई अहमदियत नू खत्म कर दिता, कामयाब हो गए ने तो नहीं खत्म करना ते खत्म वो ते अल्लाह दा काम है, ਉਹ ਤੇ ਅੱਲਾ ਦਾ ਕੰਮ ਹੈ ਖਤਮ ਕਰਨਾ। ਉਹ ਤੇ ਵੇਖੋ ਨਾ ਬੁੱਤ ਪ੍ਰਸਤ ਤੁਹਾਡੇ ਨਾਲੋਂ ਕੋਈ ਕਰੋੜਾਂ ਦਰਜੇ ਜ਼ਿਆਦਾ ਹਿੰਦੁਸਤਾਨ 'ਚ ਬੈਠੇ ਜੇ, ਮੁਫਤੀ ਅੱਲਾ ਸਾਹਿਬ ਨੇ ਉਹਨਾਂ ਨੂੰ ਨਹੀਂ ਖਤਮ ਕੀਤਾ। ਤੁਹਾਡਾ ਇਲਮ ਉਹ ਤੇ ਅੱਲਾ ਦਾ ਕੰਮ ਹੈ ਨਾ, ਖਤਮ ਜਿਹਨੂੰ ਮਰਜ਼ੀ ਕਰੇ, ਜਿਹਨੂੰ ਮਰਜ਼ੀ ਖਤਮ ਨਾ ਕਰੇ। ਮੌਲਾਨਾ ਸਨਾਉल्ला ਅਮਰਸਰੀ ਤੇ ਮੁਹੰਮਦ ਹੁਸੈਨ ਬਟਾਲਵੀ ਤੋਂ ਜ਼ਿਆਦਾ ਹੈ ਤੁਹਾਡਾ ਇਲਮ ਮੁਫਤੀ ਸਾਹਿਬ। ਹਾਂਜੀ ਤਾਕਤ ਤੁਹਾਡੀ ਜ਼ਿਆਦਾ ਹੈ,
ਤੁਹਾਡੀ ਹੈਸੀਅਤ ਜ਼ਿਆਦਾ ਹੈ ਉਹਨਾਂ ਉਹ ਹਾਂਜੀ, ਕੁਛ ਨਹੀਂ ਜ਼ਿਆਦਾ ਕਰ ਹੈ। ਸਕੇ, ਉਹ ਕੁਝ ਨਹੀਂ ਕਰ ਸਕੇ, ਤੁਸੀਂ ਕੀ ਕਰ ਲੋਗੇ? ਅੱਛਾ ਸਵਾਲ ਵੀ ਤੇ ਕਰ ਲੋ ਨਾ ਫਿਰ ਸਵਾਲ ਕੀ ਹੈ ਨਜ਼ੀਰ ਸਾਹਿਬ, ਸਵਾਲ ਕੀ ਤੁਹਾਡਾ? ਇਹੀ ਸਵਾਲ ਹੈ ਨਾ, ਮੈਂ ਕਿਹਾ ਉਹ ਅਗਰ ਕਾਮਯਾਬ ਹੋ ਗਏ ਇਹੀ ਸਵਾਲ ਹੈ ਕਿ ਭਾਈ ਮੇਰਾ ਇਲਮ ਜ਼ਿਆਦਾ, ਮੈਂ ਕਿੰਨਾ ਪਿਆ ਜ਼ਿਆਦਾ ਹੈ? ਆਓ ਕਰੋ ਸਵਾਲ। ਮੈਂ ਸਵਾਲ ਦਾ ਜਵਾਬ ਅਗਰ ਲੈ ਲਓ ਹੁਣ। ਮੇਰਾ ਸਵਾਲ ਇਹ ਹੈ ਕਿ ਉਹਨਾਂ ਨੇ ਅਗਰ ਅਬਦੀਅਤ ਖਤਮ ਕਰ ਦਿੱਤੀ ਹੈ ਨਾ, ਤੁਹਾਨੂੰ ਮੁਫਤੀ ਸਾਹਿਬ ਨੇ ਸੁਣ ਲਓ ਤੁਹਾਨੂੰ ਮੁਫਤੀ ਸਾਹਿਬ ਜਵਾਬ ਦਿੱਤਾ ਹੈ ਭਾਈ, ਜਿਹੜੀ ਨਾ ਖਤਮ ਕਰਨ ਵਾਲੀ ਗੱਲ, ਉਹ ਤੇ ਅੱਲਾਹ ਤਾਲਾ ਨੇ ਸਭ ਤੋਂ ਜ਼ਿਆਦਾ ਨਫ਼ਰਤ ਦਾ ਇਜ਼ਹਾਰ ਸ਼ਿਰਕ ਨਾਲ ਕੀਤਾ ਹੈ ਨਾ, ਮੁਸ਼ਰਕਾਂ ਨਾਲ ਕੀਤਾ ਹੈ ਨਾ। ਅੱਲਾਹ ਤਾਲਾ ਨੇ ਅੱਜ ਤੱਕ ਮੁਸ਼ਰਕ ਖਤਮ ਨਹੀਂ ਕੀਤੇ ਦੁਨੀਆ ਤੋਂ, ਕੋਈ ਬੰਦਾ ਉਹਨਾਂ ਨੂੰ ਖਤਮ ਨਹੀਂ ਕਰ ਸਕਿਆ। ਕਿਉਂ? ਅਸਾਂ ਖਤਮ ਨਹੀਂ ਕਰਨਾ, ਅਸਾਂ ਸਿਰਫ ਆਪਣੀ ਖਾਰੀ ਦਾ ਹੋਕਰਾ ਦੇਣਾ ਹੈ, ਆਪਣੇ ਸਮਝ ਲਾਣੀ ਹੈ। ਖਤਮ ਕਰਨਾ, ਜ਼ਿੰਦਾ ਰੱਖਣਾ ਮਾਲਕ ਦਾ ਆਪਣਾ ਕੰਮ। ਕਹਿੰਦੇ ਨੇ ਮਾਲੀ ਦਾ ਕੰਮ ਪਾਣੀ ਦੇਣਾ, ਪਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਣਾ, ਲਾਵੇ ਜਾਂ ਨਾ ਲਾਵੇ, ਇਹ ਮਾਲਕ ਦੀ ਮਰਜ਼ੀ ਹੈ। ਉਹ ਫਲ ਲਾਂਦਾ ਨਹੀਂ ਲਾਂਦਾ, ਫੁੱਲ ਲਾਂਦਾ ਨਹੀਂ ਲਾਂਦਾ, ਥੋੜੇ ਲਾਂਦਾ ਬਹੁਤੇ ਲਾਂਦਾ, ਦੁਨੀਆ ਦੇ ਕਿਸੇ ਨੂੰ ਨਾਬੂਦ ਕਰਦਾ, ਕਿਸੇ ਨੂੰ ਜ਼ਿੰਦਾ ਰੱਖਦਾ, ਲੇਕਿਨ ਸਾਡਾ ਕੰਮ ਹੈ ਆਵਾਜ਼ ਦੇਣੀ। ਤੁਸੀਂ ਇਹ ਦੱਸੋ ਕਿ ਮੌਲਾਨਾ ਬਟਾਲਵੀ ਨੇ ਤੇ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਨੇ ਮਿਰਜ਼ਾ ਸਾਹਿਬ ਦੀਆਂ ਚੀਕਾਂ ਕਢਾਈਆਂ ਨੇ ਕਿ ਨਹੀਂ ਕਢਾਈਆਂ? ਮੈਂ ਉਹੀ ਕਹਿ ਰਿਹਾ ਨਾ ਕਿ ਅਗਰ ਉਹਨਾਂ ਨੇ ਨੌਜ਼ ਬਿਲਾ ਚੀਖਾਂ ਕਢਾਈਆਂ ਹੁੰਦੀਆਂ ਤਾਂ ਅੱਜ ਅਹਿਮਦੀਅਤ ਦਾ ਨਾਮ ਹੀ ਨਹੀਂ ਸੀ ਹੋਣਾ। ਜੇ ਤੁਹਾਨੂੰ ਉਹਨਾਂ ਦੀਆਂ ਚੀਕਾਂ ਮਿਰਜ਼ਾ ਸਾਹਿਬ ਦੀਆਂ ਸੁਣਾ ਦਈਏ ਤੇ ਫਿਰ ਅੱਜ ਪੂਰੀ ਦੁਨੀਆ ਤੇ ਉਹਨਾਂ ਦਾ ਨਾਂ ਚੱਲ ਰਿਹਾ, ਉਹਨਾਂ ਦਾ ਕੋਈ ਕਰ ਨਾਂ ਲੈਣੇ ਲੈਣਾ ਨਾ। ਮੈਂ ਕਹਿੰਦਾ ਜੇ ਉਹਨਾਂ ਦੀਆਂ ਚੀਕਾਂ ਮਿਰਜ਼ਾ ਸਾਹਿਬ ਦੀਆਂ ਸੁਣਾ ਦਈਏ ਤੇ ਫਿਰ ਉਹਨਾਂ ਦੀ ਤੇ ਕਬਰ ਦਾ ਵੀ ਨਹੀਂ ਪਤਾ ਚੱਲਦਾ ਇੱਕ ਮਿੰਟ ਮੁਫਤੀ ਸਾਹਿਬ ਮੈਂ ਡਰਾਈਵ ਕਰ ਰਿਹਾ, ਖੋਲੋ ਜੀ ਆਖਰੀ ਫੈਸਲਾ ਇਸ਼ਤਿਹਾਰ, ਵੇਖੋ ਜੀ ਮਿਰਜ਼ਾ ਸਾਹਿਬ ਦੀਆਂ ਚੀਕਾਂ ਸੁਣਿਓ। ਅਹਿਮਦੀਅਤ ਪੂਰੀ ये आखिरी फैसला इश्तिहार जो लो जी खुलन लगा ਇਹ ਵੇਖੋ ਜਰਾ ਮਿਰਜ਼ਾ ਸਾਹਿਬ ਦੀਆਂ ਚੀਕਾਂ ਤੇ ਉਹਨਾਂ ਦੇ ਲਫ਼ਾਜ਼, ਤੁਸੀਂ ਨਜ਼ੀਰ ਸਾਹਿਬ ਆਪ ਪੜ੍ਹ ਕੇ ਸੁਣਾਓ। ਹਾਂ ਠੀਕ ਹੈ ਜੀ, ਅਹਿਮਦੀਅਤ ਦੇ ਡੰਕੇ ਦੁਨੀਆ ਤੇ ਵੱਜ ਰਹੇ ਨੇ, ਉਹਨਾਂ ਨੂੰ ਕੌਣ ਪੁੱਛੇ? ਇਹ ਵੇਖਿਓ ਡੰਕਾ ਪਿਆ ਵੱਜਦਾ ਹੈ ਕਿ ਚੀਕਾਂ ਵੀ ਨਿਕਲਦੀਆਂ ਨੇ। हाँ चीका निकलदियां ने पियां जी चीका। ਲਗਾਓ, ਉਹ ਤੇ ਤੁਹਾਡੀ ਸਮਝ ਹੈ ਨਾ। ਮੈਂ ਕਹਿੰਦਾ ਤੁਹਾਡੇ ਕੋਲ ਪੁੱਛ ਲੈਣੇ, ਤੁਹਾਡੀ ਸਮਝ ਪੁੱਛ ਲੈਣੇ ਆ। ਸਿਰਫ ਤੁਸੀਂ ਪੜ੍ਹ ਕੇ ਸੁਣਾ ਦਿਓ ਕਿ ਮਿਰਜ਼ਾ ਸਾਹਿਬ ਨੇ ਕੀ ਲਿਖਿਆ ਮੌਲਾਨਾ ਸਨਾਉਲ ਅੰਮ੍ਰਿਤਸਰੀ ਦੇ ਬਾਰੇ, ਬਸ ਇੰਨਾ ਦੱਸ ਦਿਓ। ਉਹਨਾਂ ਨੇ ਕੀ ਹਾਂਜੀ। ਲਿਖਿਆ ਫਿਰ? ਉਹਨਾਂ ਨੇ जी मजमुआ इश्तिहारात जिल्द सोम और जनाब सफा नंबर 578 तो गल शुरू होती है पई। ਮੌਲਾਨਾ ਸਾਹਿਬ ਦੀ ਗੱਲ ਦੱਸੋ, ਉਹਨਾਂ ਨੇ ਕੀ ਲਿਖਿਆ? ਉਹਨਾਂ ਨੇ ਉਹਨਾਂ ਕੀ ਦੇ ਬਾਰੇ ਮਿਰਜ਼ਾ ਸਾਹਿਬ ਨੇ ਲਿਖਿਆ ਨਾ, मिर्जा साहब ने लिखा जे ना, मौलवी सनाउल्लाह साहब अमृतसरी के साथ आखिरी फैसला। ਹਾਂਜੀ ਨਹੀਂ, ਮੈਂ ਕਿ ਉਹਨਾਂ ਨੇ ਫਿਰ ਕੀ ਲਿਖਿਆ ਜਵਾਬ ਵਿੱਚ? ਉਹ ਜਵਾਬ ਪਹਿਲਾਂ ਸਵਾਲ ਤੇ ਪੜ੍ਹ ਲਓ, ਫਿਰ ਜਵਾਬ ਵੀ ਪੜ੍ਹ ਉਹ ਪਹਿਲੇ ਪੜ੍ਹ ਵੀ ਤੇ ਲਵੋ, ਕੀ ਹੋ ਗਿਆ ਜੇ ਤੁਸੀਂ ਤੇ ਤੁਹਾਨੂੰ ਤੇ ਦੌਰੇ ਹੀ ਪੈਣੇ ਸ਼ੁਰੂ ਹੋ ਗਏ ਨੇ, ਅਜੇ ਤਾਂ ਇਬਾਰਤ ਵੀ ਨਹੀਂ ਪੜੀ। ਉਹ ਮੈਂ ਕਹਿ ਰਿਹਾ ਮੌਲਵੀ ਸਾਹਿਬ ਦਾ ਜਵਾਬ ਦੱਸੋ। ਚਲੋ ਪੜੋ ਤੁਹਾਡੇ ਸਾਹਮਣੇ, ਪੜੋ ਤੁਹਾਡੇ ਸਾਹਮਣੇ ਜੇ ਪੜੋ, ਆਪੇ ਹੀ ਪੜੋ, ਆਪੇ ਹੀ ਸਮਝਾਓ ਸਾਨੂੰ। ਮੌਲਵੀ ਸਾਹਿਬ ਦੀ ਕਿਉਂ ਨਹੀਂ ਲਗਾਉਂਦੇ? ਉਹਨਾਂ ਦਾ ਜਵਾਬ ਦੱਸੋ, ਉਹਨਾਂ ਦਾ ਮੁਕਾਬਲਾ। ਯਾਰ ਇਹਦੇ ਬਾਅਦ ਉਹ ਲਗਾਉਂਦੇ, ਪਹਿਲਾਂ ਇਹ ਪੜ੍ਹ ਕੇ ਯਾਰ ਇਹ ਬਾਤ ਤੁਹਾਡੇ ਸਾਹਮਣੇ ਜੇ ਪੜੋ ਨਾ। ਹਾਂ ਪੜਿਆ ਤਾਂ ਹੈ ਨਾ, ਉਹ ਤੇ ਪੜਿਆ ਤਾਂ ਹੈ। ਪੜੋ ਹਾਂ ਉਹ ਪੜਿਆ ਤਾਂ ਹੈ ਨਾ ਬਈ, ਉਹਨਾਂ ਨੇ ਇਹਦਾ ਜਵਾਬ। ਯਾਰ ਕੀ ਹੈ, ਤੁਹਾਡੇ ਮਿਰਜ਼ਾ ਸਾਹਿਬ ਦੀ ਕਿਤਾਬ ਹੈ, ਸਾਡੀ ਤੇ ਨਹੀਂ ਹੈ, ਪੜ੍ਹਦੇ ਹੋ ਯਾਰ। ਭਾਈ ਮੈਂ ਕਹਿ ਰਿਹਾ ਇਹਦਾ ਜਵਾਬ ਕੀ ਦਿੱਤਾ ਹੈ ਮੌਲਵੀ ਸਾਹਿਬ ਨੇ? ਜਵਾਬ ਨੂੰ ਛੱਡੋ, ਇਹ ਪੜ੍ਹ ਕੇ ਤੇ ਸੁਣਾ ਦਿਓ ਯਾਰ, ਹੱਦ ਹੋ ਗਈ ਹੈ। ਚਲੋ ਤੁਸੀਂ ਹੁਣ ਪੜ੍ਹ ਕੇ ਸੁਣਾਓ। ਮੁਰੱਬੀ ਮਰ ਜਾਏਗਾ ਲੇਕਿਨ ਪੜੇਗਾ ਨਹੀਂ, ਮਰ ਜਾਏਗਾ, ਮਰਨਾ ਕਬੂਲ ਕਰੇਗਾ, ਪੜੇਗਾ ਨਹੀਂ। ਇਹਨੂੰ ਪਤਾ ਵੇ ਕਿ ਇਹਦੇ ਵਿੱਚ ਹੀ ਇਹਨਾਂ ਨੂੰ ਲਿੱਤਰ ਪਏ ਨੇ, ਮਿਰਜ਼ਾ ਜੀ ਨੂੰ ਲਿੱਤਰ ਇਹਦੇ ਵਿੱਚ ਹੀ ਪਏ ਨੇ। ਖੁਦ ਕਬੂਲ ਕੀਤਾ ਮਿਰਜ਼ਾ ਜੀ ਨੇ ਕਿ ਮੈਨੂੰ ਬੜੀ ਲਿੱਤਰ ਪਰੇਡ ਕੀਤੀ ਏ ਮੌਲਾਨਾ ਸਨਾਉल्लाह ਅੰਮ੍ਰਿਤਸਰੀ ਨੇ। ਤਕਜ਼ੀਬ ਕਰਦੇ ਸਨ ਨਾ, ਤਕਜ਼ੀਬ ਕਰਦੇ ਸਨ। ਪੜ੍ਹ ਕੇ ਸੁਣਾਓ, ਫਿਰ ਪੜ੍ਹ ਕੇ ਸੁਣਾਓ। ਤਕਜ਼ੀਬੀ ਮਾਮਲਾ ਇਸੇ ਵਜ੍ਹਾ ਤੋਂ ਤੇ ਐਸੀ ਨਾ, ਤਾਂ ਉਹਦੇ ਬਾਅਦ ਮੇਰੇ ਭਾਈ ਇਹਦੇ ਕੋ ਪੜਵਾਓ ਤੇ ਸਹੀ ਯਾਰ, ਕੀ ਮਸਲਾ ਹੈ, ਪੜਦਾ ਕਿਉਂ ਨਹੀਂ? ਉਹ ਮੌਲਵੀ ਸਾਹਿਬ ਦਾ ਜਵਾਬ ਪੜਾਓ ਯਾਰ, ਪੜ੍ਹ ਕੇ ਸੁਣਾਓ। ਉਹ ਮੌਲਵੀ ਸਾਹਿਬ ਦਾ ਜਵਾਬ। ਤਸਵੀਰ ਵੱਡੀ ਕਰੋ ਯਾਰ, ਆमिर से आलस। अच्छा पहले जवाब पढ़ना है। हाँ जी हाँ जी, पहले जवाब पढ़िए। माजरत आपका मौलवी साहब किस तरह कामयाब हुए ने, वो जवाब पढ़ना है। मौलवी साहब की बातों में ना आए, क्योंकि मौलवी साहब भागे हुए हैं ना, आप इनकी बातों में ना आए, ठीक है? इनको तमीज ही नहीं है बात करने की। ये चलो आप मिर्जा साहब की चलो यक हुन भी यक ना दो शुद्ध हो गए जे। नहीं मैं कह रहा हूँ मौलवी साहब त्रै हो गए जे, मौलवी साहब का जवाब। तमीज तो पहले सीख लो मुफ्ती साहब, तमीज तो सीखो पहले। ओए वारी वारी पवो भाई, मैनू रल के ना पवो, वारी वारी पवो। पढ़ते तो तुम हो, वारी वारी पवो भाई, रल के ना पवो भाई। मलक अजहर साहब एक बंदा, मौलवी साहब का जवाब दो। मलक साहब एक मिनट, साहब को इश्तिहार पढ़वा लिए। नजीर साहब इश्तिहार पढ़नगे।
नहीं, मुझे मौलवी साहब के ਕੀ जवाब ਲਿਖਿਆ का ਮਿਰਜ਼ਾ ਸਾਹਿਬ ਨੇ? ਜਿਨ੍ਹਾਂ ਕੱਖ मौलवी साहब का जवाब ਇਹ बताओ। ਮਜਮੂਆ ਇੱਕ ਮਿੰਟ, ਮਲਕ ਸਾਹਿਬ। ਤੁਹਾਡੀ ਜੇ ਸਾਡੀ ਤੇ ਨਹੀਂ ਹੈ ਪੜਦੇ ਹੋ ਤੁਹਾਨੂੰ ਪਤਾ ਸ਼ਾਇਦ पढ़ दियो भाई पढ़ दियो मौलवी पढ़ो जी, सनाउल्लाह साहब अमृतसरी के साथ आखिरी फैसला जी वो पढ़िया तो है, तुसी हुण क्यों जिद कर रहे थोड़ा हो? जिहा शुरू मौलवी कर दो साहब ने। का जवाब दो। ਮੁਫਤੀ ਸਾਹਿਬ ਥੋੜਾ ਸ਼ੁਰੂ ਕਰ ਦਿਓ ਨੇ ਫਿਰ ਪੜਨਗੇ ਥੋੜਾ ਜਿਹਾ ਨਾ आमिर साहेब, मौलवी ਪੂਰਨੇ साहब ਪਾ का ਕੇ जवाब ਦੇਣੇ दो। ਪੈਣੇ ਨੇ। ਮੌਲਵੀ ਸਾਹਿਬ ਮੌਲਵੀ ਤੁਸੀਂ ਸਾਹਿਬ ਪੜੋ, ਦਾ ਤੁਹਾਨੂੰ ਠੰਡੀਆਂ ਰੇੜੇ ਪਾ ਦਿਓ। ਪੜੋ ਜਰਾ, ਪੜੋ ਜਰਾ, ਸੁਣੋ ਯਾਰ ਮੁਫਤੀ ਸਾਹਿਬ ਆਪ ਪੜੋ ਜੀ, ਆਪ ਪੜੋ ਮੁਫਤੀ ਸਾਹਿਬ। ਪੜੋ ਜਰਾ। नहीं गल है वे गल है वे मैं ते तक यार गल है वे मैं ते तक ओ यार एक एक वारी वारी पवो ए रल के कादियानियों बरोबियो पै गए हो वारी वारी गल करो की हो गया जी ਗੱਲ ਕਰਨਾ ਔਰ ਪਹੁੰਚ ਤੁਹਾਨੂੰ ਨਹੀਂ ਪਤਾ ਕਿੰਨਾ ਕੀ ओ ਹੈ। साल ला छुरी ਸੁਣੋ ਨਾ थल्ले आ ਮੁਫਤੀ जाए ਸਾਹਿਬ ਪੜ੍ਹ ਕੇ ਸੁਣਾ मलक ਲਗੇ ਨਾ ਰੋਲਾ ਨਾ ओए मलक छुरी थल्ले आ जा चुप कर जा ਮਲਕ ਅਸੀਂ ਆ ਤੇ ਅਸੀਂ ਕੁਤਬ छुरी थल्ले आ जा ਯਾਰ ਹੁਣ ਮੁਫਤੀ ਸਾਹਿਬ ਪੜਨ ਲਗੇ ਨੇ ਤੇ ਰੋਲਾ ਨਾ ਪਾ ਮਲਕ ਸਾਹਿਬ ਰੋਲਾ ਨਾ ਨਹੀਂ ਪਾਓ ਨਾ ਪਲੀਜ਼ ਯਾਰ ਰੋਲਾ ਨਾ ਪਾਓ ਮੁਫਤੀ ਸਾਹਿਬ ਪੜ ਕੇ अच्छा जी लो जी कहना है पे खिदमत मुफ्ती साहब पढ़ना शुरू खिदमत करो। मौलवी सनाउल्लाह साहब अस्सलाम इस्लाम अला का मानी ताबाल हुदा मुद्दत से आपके पर्चा अहले हदीस में मेरी तकजीब और तफसीक का सिलसिला जारी है हमेशा मुझे अब आप अपने इस पर्चा में मरदूद स्टॉप होने पहले तो कज़ाब- तर्जुमा दस्सो यार करूं, पढ़ते ले स्टॉप हो। यार है को हुन पढ़न भी ਚੁੱਪ नहीं ਤਾਂ ਕਰੋ देते ਯਾਰ ਦੁਬਾਰਾ ਪੜੋ ਮੁਫਤੀ ਫਿਕਰਾ ਸਾਹਿਬ ਸਟਾਪ ਦੁਬਾਰਾ ਹੋਵੋ, ਪੜੋ ਹਰ ਲਾਈਨ ਦਾ ਜਵਾਬ ਤੁਹਾਨੂੰ ਦਈਏ। ਹਾਂ ਹਾਂ ਹਰ ਲਾਈਨ ਦਾ ਜਵਾਬ ਲਓ। ਜਿਹੜਾ ਪਹਿਲੇ ਫਿਕਰਾ ਪੜਿਆ ਫਿਰ ਦੁਹਰਾਓ ਜਰਾ। ओए एदी जान नहीं जे निकलदी पई आमिर भाई जरा इधर नाल जरा होवो जरा मलक नाल होवो ਪਹਿਲੇ ਚਲੋ ਜੀ ਚਲੋ ਦਿਓ ਜੀ ਜਵਾਬ ਦਿਓ ਦਿਓ ਕਰ ਲਓ ਨਾ। ਹੈ ਪਹਿਲੀ ਜਿਹੜੀ ਲਾਈਨ ਪੜੀ ਇਸੇ ਲਾਈਨ ਦੇ ਉੱਤੇ ਹੀ ਆਓ ਨਾ। ਪਹਿਲੀ ਲਾਈਨ ਚ ਕੀ ਲਿਖਿਆ ਹੈ ਸਲਾਮ ਅਲਾ ਮਨ ਵਲ ਹੁਦਾ ਕਿਉਂ ਲਿਖਿਆ ਹੈ ਸਲਾਮ ਕਿਉਂ ਨਹੀਂ ਲਿਖਿਆ ਸਲਾਮ ਅਲੈਕਮ ਕਿਉਂ ਨਹੀਂ ਲਿਖਿਆ ਤੁਸੀਂ ਕਿਉਂ ਸਲਾਮ ਅਲੈਕਮ ਤੁਹਾਡੇ ਜੇ ਬੰਦਿਆਂ ਨੂੰ ਕਾਲੂ ਜਾਇਲਨ ਸਲਾਮ ਆ ਕਾਲੂ ਜਾਇਲਨ ਸਲਾਮ ਆ ਇਹ ਕਿੱਥੇ ਲਿਖਿਆ ਕਾਲੂ ਜਾਇਲਨ ਸਲਾਮ ਸਲਾਮ ਕਹਿ ਰਹੇ ਨਾ ਤੁਹਾਨੂੰ ਜਾਇਲਨ ਨੂੰ ਸਲਾਮ ਕਹਿਣਾ ਤੁਸੀਂ ਸ਼ੁਰੂ ਕਰੋ ਤਰੀਰ ਸ਼ੁਰੂ ਕਰੋ ਕਾਲੂ ਜਾਇਲਨ ਸਲਾਮ ਕਿੱਥੇ ਲਿਖਿਆ ਹੈ ਮਲਕ ਸਾਹਿਬ ਮੌਲਾਨਾ ਸਾਹਿਬ ਮਲਕ ਸਾਹਿਬ ਕਾਲੂ ਜਾਇਲਨ ਓ ਹੈਲੋ ਕਾਲੂ ਜਾਇਲਨ ਹੈਲੋ ਮੈਂ ਉਹੀ ਕਹਿ ਰਿਹਾ ਨਾ ਕਿ ਤੁਸੀਂ ਇਹ ਜਿਹੜਾ ਤਜ਼ਕਰਾ ਨਾਜ਼ਲ ਹੋਇਆ ਤੁਹਾਡੇ ਚ ਤੁਹਾਡੇ ਘਰ ਉਹਦੇ ਲਿਖਿਆ ਕਾਲੂ ਜਾਇਲਨ ਕਰੋ ਨਾ ਸ਼ੁਰੂ ਇਹਨੂੰ ਕਰੋ। ਇਹ ਕਿਹੜਾ ਕਲਾਮ ਹੈ ਕਾਲੂ ਜਾਇਲਨ ਸਲਾਮ ਮੈਂ ਉਹੀ ਤਾਂ ਤੁਹਾਨੂੰ ਕਹਿ ਰਿਹਾ ਨਾ ਪਹਿਲੇ ਸ਼ੁਰੂ ਤੋਂ ਕਰੋ ਕਲਾਮ ਕਿਹੜਾ ਇਹ ਕਲਾਮ ਮਨੂ ਲਿਖਿਆ ਸਲਾਮ ਅਲਾ ਯਾਰ ਮਲਕ ਸਾਹਿਬ ਨੂੰ ਸੁਣਨੀ ਜੇ ਜਾਂ ਸੁਣਾਣੀ ਜੇ ਹਾਂਜੀ ਮੌਲਾਨਾ ਸਾਹਿਬ ਨੂੰ ਉਰਦੂ ਪੜਨ ਦਿਓ ਇਹਨਾਂ ਨੂੰ ਪੜ੍ਹਨੀ ਨਹੀਂ ਆਉਂਦੀ ਤੁਸੀਂ ਸਾਈਡ ਤੇ ਹੋਵੋ। ਅੱਛਾ ਇੱਕ ਫਿਕਰਾ ਪੜੋ ਜੀ ਮੌਲਾਨਾ ਸਾਹਿਬ ਮੁਫਤੀ ਸਾਹਿਬ ਪੜੋ ਜਰਾ ਉਰਦੂ ਇਹਨਾਂ ਕੋ ਜਵਾਬ ਲਈਏ ਹਾਂ ਇੱਕ ਫਿਕਰੇ ਦਾ ਜਵਾਬ ਲਵੋ ਤੁਸੀਂ ਬਾਸ ਤੇ ਨਹੀਂ ਆਉਣਾ ਲੇਕਿਨ ਤੁਹਾਨੂੰ ਬਾਸ ਕਰਨ ਦੀ ਕੋਸ਼ਿਸ਼ ਕਰਾਂਗੇ। यार मर जा कुछ सुनेगा ते मैं तू ते ਮੈਂ ਮਰ ਜਾਵਾਂ ਉਹ ਪੜਨ ਵੀ ਨਹੀਂ ਦਿੰਦਾ ਪਿਆ ਲੈ ਯਾਰ ਆਮਿਰ ਭਾਈ ਕੀ ਹੈ ਡਰਾਮਾ ਯਾਰ ਡਰਾਮਾ ਮਰ ਜਾ ਬਦਤਮੀਜ਼ ਇਨਸਾਨ ਪਹਿਲੇ ਤਮੀਜ਼ ਤਾਂ ਸਿੱਖ। ਅੱਛਾ ਚਲੋ ਮੁਫਤੀ ਸਾਹਿਬ ਨੂੰ ਪੜਨ ਦਿਓ ਸਿੱਖ ਮਲਕ ਸਾਹਿਬ ਪਲੀਜ਼ ਪਹਿਲੇ ਤਮੀਜ਼ ਤਾਂ ਸਿੱਖ ਮਰ ਜਾ ਮਲਕ ਸਾਹਿਬ ਕੋ ਗਾਲ ਦੇ ਲੈਕਚਰ ਦੇ ਚੁੱਪ ਕਰੋ ਇੱਥੇ ਪਹਿਲੇ ਤਮੀਜ਼ ਤਾਂ ਸਿੱਖ। ਮਲਕ ਸਾਹਿਬ ਚੂੜਾ ਨਾ ਕੋ ਚੂੜਾ ਮਿਰਜ਼ਾ ਸਾਹਿਬ ਤੇ ਉਹਨਾਂ ਦਾ ਖਾਨਦਾਨ ਨੂੰ ਚੂੜਾ ਲੋਕੀ ਕਹਿੰਦੇ ਨੇ ਕਿਉਂ ਚੂੜਾ ਫਿਰ ਕਹ ਮਰ ਜਾ ਮਿਰਜ਼ਾ ਸਾਹਿਬ ਦਾ ਖਾਨਦਾਨ ਚੂੜਿਆਂ ਦਾ ਖਾਨਦਾਨ ਸੀ ਤੁਸੀਂ ਇੰਜ ਨਾ ਕਰੋ ਹੈ ਦੇ ਮਰ ਜਾ ਤਮੀਜ਼ ਨਹੀਂ ਹੈਗੀ ਗੱਲ ਕਰਨ ਦੀ ਇੱਥੇ ਮੁਫਤੀ ਬੜੇ ਚਲੋ ਕੋਈ ਨਹੀਂ ਗੱਲ ਹੁਣ ਬਰਾਬਰ ਹੋ ਗਿਆ ਨਾ ਸਾਹਿਬ ਹੁਣ ਬਰਾਬਰ ਹੋ ਗਿਆ ਮੋਚੀ ਸਾਹਿਬ ਹੁਣ ਮਲਕ ਸਾਹਿਬ ਜੁੱਤੀਆਂ ਗੰਢ ਜਾ ਕੇ ਅੱਛਾ ਮਲਕ ਸਾਹਿਬ ਚੀਕਾ ਨਾ ਮਾਰੋ ਮਲਕ ਸਾਹਿਬ ਮੇਰੀ ਗੱਲ ਸੁਣੋ ਨਹੀਂ ਇਹਨੂੰ ਪੜਾਓ ਮੌਲਵੀ ਇਹ ਮੁਫਤੀ ਨੂੰ ਪੜਾਓ ਜਿਹੜਾ ਬੜੇ ਚੁੱਪ ਕਰੋਗੇ ਤੇ ਪੜਨਗੇ ਨਾ ਤੇ ਚੁੱਪ ਹੀ ਨਾ ਕਰੋਗੇ ਮੁਫਤੀ ਨੂੰ ਪੜਾਓ ਇਹਨੂੰ ਕਹੋ ਇੱਕ ਫਿਕਰਾ ਪੜੇ ਚਲੋ ਜੀ ਪੜੋ ਜੀ ਇਨਸਾਨ ਚਲੋ ਚੁੱਪ ਕਰੋ ਅੱਲਾਹ ਸਾਹਿਬ ਹੈ ਚਲੋ ਚੁੱਪ ਕਰੋ ਮੁਫਤੀ ਸਾਹਿਬ ਨਾਲ ਤਾਂ ਮੱਕਾ ਚ ਕਰਦਾ ਸੀ ਤੁਸੀਂ ਚੁੱਪ ਕਰੋ ਤੇ ਮੁਫਤੀ ਸਾਹਿਬ ਪੜਨ ਨਾ ਹੁਣ ਚੁੱਪ ਕਰੋ ਚੁੱਪ ਕरेंगे ਤੇ ਫੇਰ ਇਹ ਨਾ ਯਾਰ ਕਰੇਗਾ ਨਾ ਚੁੱਪ ਕਰੇਗਾ ਪੜੋ ਜੀ ਪੜੋ ਕਰੇਗਾ ਮੁਫਤੀ ਸਾਹਿਬ ਚੁੱਪ ਕਰੇਗਾ ਪੜ੍ਹ ਇਹਨੂੰ ਤੈਨੂੰ ਨਹੀਂ ਪਤਾ ਕੀ ਲਿਖਿਆ ਹੋਇਆ ਇਹ ਬੰਦਿਆਂ ਨੂੰ ਤਾਂ ਬੇਵਕੂਫ ਬਣਾਉਣ ਡਿਆ ਬਹਿ ਕੇ ਕਰੋ ਨਾ ਹੁਣ ਮਲਕ ਸਾਹਿਬ ਪੜਨ ਤੇ ਦਿਓ ਨਾ ਉਹਨਾਂ ਨੂੰ ਮੈਂ ਇਹਨਾਂ ਨੂੰ ਪੜਨ ਕੀ ਇਹਨੂੰ ਦੇਣਾ ਤੇ ਜਾਇਲ ਇਨਸਾਨ ਹੈ ਇਹ ਅਬੂ ਜੇਲ ਦੇ ਨਾਲ ਹੈ ਅਬੂ ਜੇਲ ਇਹ ਫਿਰ ਕਿਹੜੀ ਗੱਲ ਹੋਈ ਪੜਨ ਵੀ ਨਹੀਂ ਦੇਣਾ ਨਾਲੇ ਆਂਦੇ ਪੜੋ ਤੇ ਨਾਲੇ ਆਂਦੇ ਮੈਂ ਪੜਨ ਨਹੀਂ ਦੇਣਾ ਇਹ ਅੱਜ ਦੇ ਜ਼ਮਾਨੇ ਦਾ ਅਬੂ ਜੇਲ ਹੈ ਇਹ ਤੇ ਅੱਜ ਦੇ ਜ਼ਮਾਨੇ ਦਾ ਅਬੂ ਜੇਲ ਹੈ ਉਧਰੋਂ ਤੀਸਾ ਨੂੰ ਲਿਆਉਣ ਡਿਆ ਤੇ ਉਧਰੋਂ ਉਹਨਾਂ ਨੂੰ ਪੜਨ ਤੇ ਦੇ ਯਾਰ ਉਹ ਮਲਕ ਯਾਰ ਸਾਹ ਲੈ ਲੈ ਇੱਥੇ ਹੀ ਮੈਂ ਜਾਂਦਾ ਨਹੀਂ ਉਧਰੋਂ ਹਸਤੀਸਾ ਨੂੰ ਲਿਆਉਂਦਾ ਤੇ ਉਧਰੋਂ ਹਸਤੀਸਾ ਦੀ ਬ੍ਰੇਕਾਂ ਲਵਾਨਾ ਹੈ ਮਲਕ ਸਾਹਿਬ ਹੁਣ ਸਾਹ ਉਤਲਾ ਉੱਤੇ ਤੇ ਥੱਲੇ ਵਾਲਾ ਥੱਲੇ ਕਰੋ ਨਾ ਗੱਲ ਤੇ ਹੌਸਲੇ ਨਾਲ ਕਰੋ ਨਾ ਗੱਲ ਯਾਰ ਹੌਸਲੇ ਨਾਲ ਕਰ ਰਹੇ ਕੀ ਯਾਰ ਤੁਸੀਂ ਬਦਤਮੀਜ਼ ਕਿਸਮ ਦਾ ਜਾਹਿਲ ਕਿਸਮ ਦਾ ਇਨਸਾਨ ਬਿਠਾਇਆ ਹੋਇਆ
ਕਿਹੜਾ ਬਦਤਮੀਜ਼ੀ ਗੱਲ ਕੀਤੀ ਕਰਨ ਦੀ ਜੋ ਕਿਹੜੀ ਮੋਚੀ ਬਦਤਮੀਜ਼ੀ ਬਾਹਰ ਆ ਕੇ ਇੱਥੇ ਤੱਕ ਲੋਕਾਂ ਦੇ ਉੱਤੇ ਪਹਿਲੇ ਉਹਨਾਂ ਦੀ ਪਰਸਨਲ ਲਾਈਫ ਦੇ ਉੱਤੇ ਅਟੈਕ ਕਰਦਾ ਬੇਵਕੂਫ ਦੀ ਪਰਸਨਲ ਲਾਈਫ ਤੇ ਅਸੀਂ ਡਿਸਕਸ ਹੀ ਨਹੀਂ ਕੀਤੀ ਕਿਸੇ ਦੀ ਪਰਸਨਲ ਲਾਈਫ ਇਹ ਇਨਸਾਨ ਹੈ ਤਾਂ ਉਹ ਜਾਹਿਲ ਹੈ ਇਨਸਾਨ ਕੇ ਤੇ ਹਰ ਜਗ੍ਹਾ ਦੇ ਉੱਤੇ ਜਿਹੜਾ ਪਰਸਨਲ ਜਾਂਦਾ ਇਹਨੂੰ ਕਹੋ ਸਭ ਤੋਂ ਪਹਿਲੇ ਤਾਂ ਆਪਣੇ ਜਿਹੜਾ ਜਗ ਪ੍ਰੋਗਰਾਮ ਸੁਣਿਆ ਕਰ ਤਾਂ ਮੁਫਤੀ ਨੂੰ ਪ੍ਰੋਗਰਾਮ ਸੁਣਿਆ ਕਰ ਸ਼ਾਇਦ ਤੇ ਤਰਬੀਅਤ ਹੋ ਜਾ ਹੋਣੀ ਕੋਈ ਨਹੀਂ ਹੁਣ ਇਸ਼ਤਿਹਾਰ ਉਹਨਾਂ ਕੋ ਪੜਾਣਾ ਜੇ ਜਾਂ ਨਹੀਂ ਪੜਾਣਾ ਇਸ਼ਤਿਹਾਰ ਪੜਾਣਾ ਕਿ ਨਹੀਂ ਪੜਾਣਾ ਇਹਨੂੰ ਪੜ੍ਹਨਾ ਨਹੀਂ ਪੜ੍ਹ ਲਈਏ ਇਹਨੂੰ ਪੜ੍ਹਨਾ ਨਹੀਂ ਆਉਂਦਾ ਇਹਨੂੰ ਪੜ੍ਹਨਾ ਹੁੰਦਾ ਇਹਨੂੰ ਹੁਣ ਤਾਂ ਸ਼ੁਰੂ ਕਰ ਓਏ ਇਹ ਪੜ੍ਹ ਲੈਨੇ ਆ ਛੱਡੋ ਇਸ਼ਤਿਹਾਰ ਨੂੰ ਮੁਫਤੀ ਸ਼ੁਰੂ ਕਰ ਮੁਫਤੀ ਸ਼ੁਰੂ ਕਰ ਸ਼ਾਵਾ ਮੁਫਤੀ ਸਾਹਿਬ ਪੜ੍ਹ ਮੁਫਤੀ ਸਾਹਿਬ ਸਕਰੀਨ ਕਰੋ ਯਾਰ ਸਕਰੀਨ ਤੇ ਵੱਡੀ ਯਾਰ ਕਰ ਵੀ ਦੇ ਮੁਫਤੀ ਸ਼ੁਰੂ ਹੁਣ ਯਾਰ ਕੀ ਡਰਾਈਵਿੰਗ ਕਰਨ ਦੇ ਕਰ ਵੀ ਸ਼ੁਰੂ ਮੁਫਤੀ ਕਰ ਲੋ ਜੀ ਲਓ ਜੀ ਸ਼ੁਰੂ ਕਰਨਾ ਹੁਣ ਬ੍ਰੇਕਾਂ ਲਓ ਜੀ ਤੇ ਇੱਧਰ ਜੀ ਤੇ ਉੱਧਰ ਜੀ ਸ਼ੁਰੂ ਯਾਰ ਕਰ ਸਕਰੀਨ ਵੱਡੀ ਕਰੋ ਓਏ ਵੱਡੀ ਕਰੋ ਛੋਟੀ ਕਰੋ ਸਕਰੀਨ ਫਿਰ ਤੈਨੂੰ ਪੜ੍ਹਨੀ ਨਹੀਂ ਆਉਂਦਾ पढ़ शुरू कर हमारी फतह का कायल नहीं होगा तो साफ समझा जाएगा कि इसको वलदुल हराम बनने का शौक है और हलालज़ादा नहीं यार वेलो मिर्जा साहब तो हरामी कहते वलदुल हराम नहीं है नहीं मिर्जा साहब ने ਤੁਹਾਨੂੰ ਕਿਹਾ ਜੇ ਹਰਾਮੀ पहले जाके मुफ्ती वाले काम मुकम्मल करो अच्छा किन्नू किन्नू किया है मिर्जा साहब ने हरामी गाला मिर्जा जी किन्नू कर देने पे ਮੁਫਤੀ ਸਾਹਿਬ ਨੂੰ ਬੋਲਣ ਦੇ ਉਹ ਮੁਫਤੀ ਸਾਹਿਬ ਨੂੰ ਕੀ ਬੋਲਣ ਮੁਫਤੀ ਸਾਹਿਬ ਦੀ ਜ਼ੁਬਾਨ ਗੰਦ ਨਿਕਲਦਾ ਇਹਨੇ ਕੀ ਬੋਲਣਾ ਖਾਣੇ ਕੰਜਰ ਕਾਦੀਆਨੀ ਓਏ ਮੁਫਤੀ ਗਰੀਬ ਨੇ ਕੀ ਬੋਲਣਾ ਹਾਂ ਉਹ ਮੁਫਤੀ ਨੂੰ ਬੋਲਣ ਇਹਨੂੰ ਕਹੋ ਪਹਿਲੇ ਜਾ ਕੇ ਹਲਾਲੇ ਦੇ ਉੱਤੇ ਗੱਲਬਾਤ ਕਰ ਮੌਲਵੀ ਜਿਹਨੇ ਹਲਾਲੇ ਦੀ ਪਦਾਇਸ਼ ਫਿਰਨ ਨੇ ਸੱਜੇ ਖੱਬੇ ਹਲਾਲੇ ਤੇ ਪਹਿਲੇ ਗੱਲ ਕਰ ਹਲਾਲੇ ਤੇ ਗੱਲ ਕਰ ਜਿਹੜਾ ਤੇਰੇ ਵਿੱਚ ਜਾਇਜ਼ ਹੈ ਹਲਾਲਾ ਮੁਫਤੀ ਸਾਹਿਬ ਨੂੰ ਬੋਲਣ ਦੇ ਤੂੰ ਚੁੱਪ ਕਰ ਕਿਹੜਾ ਕੰਨੇ ਕੁੱਤਾ ਖੋਲ ਛੜੇ ਪਰ ਹਲਾਲੇ ਤੇ ਗੱਲ ਕਰੇ ਹਲਾਲੇ ਤੇ ਠੀਕ ਹੈ ਜਾਇਲ ਇਨਸਾਨ ਪਹਿਲੇ ਹਲਾਲੇ ਤੇ ਗੱਲ ਕਰ ਮੇਰੇ ਨਾਲ ਤੈਨੂੰ ਮੈਂ ਠਣਿਆ ਕਰਾਂ ਪਹਿਲੇ ਹਲਾਲੇ ਤੇ ਗੱਲ ਕਰ ਟੱਟੀ ਖਾਣੇ ਕੋਲ ਜਿਹੜਾ ਮੁਫਤੀ ਪਹਿਲੇ ਹਲਾਲੇ ਤੇ ਗੱਲ ਕਰ ਆਈ ਸਮਝ ਮੁਫਤੀ ਤੇ ਨਾਲ ਸਾਹਿਬ ਐਵੇਂ ਲਾਜ਼ਮ ਪਹਿਲੇ ਹਲਾਲੇ ਦੀ ਗੱਲ ਕਰ ਮੇਰੇ ਨਾਲ ਕਰ ਸ਼ੁਰੂ ਹਲਾਲੇ ਦੀ ਕਰ ਮੇਰੇ ਨਾਲ ਸ਼ੁਰੂ ਜਿਹੜਾ ਤੇਰੇ ਵਿੱਚ ਹਲਾਲੇ ਵਾਲਾ ਜਿਹੜਾ ਤੁਸੀਂ ਲਿਖਿਆ ਨਾ ਤਸਵਰ ਹਲਾਲੇ ਤੇ ਆ ਪਹਿਲੇ ਸੱਜੇ ਕੱਪੇ ਗਲੀਆਂ ਬਕਵਾਸ ਕਰਦੇ ਹਲਾਲੇ ਤੇ ਗੱਲ ਕਰ ਜਿੰਨੂੰ ਤੂੰ ਲੱਗੀ ਬੰਦੇ ਹਲਾਲੇ ਤੇ ਗੱਲ ਕਰ ਹਲਾਲੇ ਤੇ ਟੱਟੀ ਖਾਣੇ ਦੀ ਗੱਲ ਕਰ हलाले पे गल करो हलाले पे वो जाहिल इंसान है पहले हलाले पे बात करो तुम जितने भी हो सब हलाले की पैदाइश हो पहले हलाले पे आओ पहले हलाले पे आओ पता नहीं तुम लोगों को ਗੱਲ ਕਰਨ ਦੇ मुफ्ती दे नाल साहब ਇਹਦੇ ਨਾਲ ਲੱਗਦੇ ਨਹੀਂ ਨੂੰ ਪਹਿਲੇ ਹਲਾਲੇ ਤੇ ਮੇਰੇ ਨਾਲ ਗੱਲ ਕਰ ਉਹ ਤੇਰੇ ਠਣਿਆ ਕਰਾਂ ਕभी मरने ना हलाले पे पहले गल टट्टी खाने हलाले पे बात करो मुफ्ती साहब पहले हलाले पे आओ हलाला क्यों जायज है आप में जो जितना दाएं बाएं बैठाए हलाले की बताया हलाले पे पहले बात कर लो पहले हलाले पे बात कर लो मुफ्ती कभी पे बात कर लो मुफ्ती कभी पे बात कर लो शराब जायज है मुफ्ती कभी पे बात कर लो वो आपका मुफ्ती है उससे बात कर लो मौलाना फजल रहमान पे बात कर लो चिश्ती रसूलुल्लाह पे बात कर लो हलाले की बताया है पहले चिश्ती रसूलुल्लाह पे बात कर लो हलाले पे कर लो मुफ्ती साहब सो गए हैं स्पीकर म्यूट करके मुफ्ती साहब स्पीकर खोले मुफ्ती साहब पहले स्पीकर खोले हलाले पे बात करते करो शुरू हलाले पे बात क्यों जाएगा मेरा सवाल है मेरे सवाल का जवाब दो हलाला आपके अंदर क्यों जाएगा दिखाओ जरा हलाले के पे पहले बात करो ना हलाला क्यों जाएगा है हलाले पे पहले बात कर लो पहले हलाले पे बात करो हलाला क्यों जाएगा हलाले पे पहले बात कर लो चिश्ती रसूलुल्लाह साहब हाँ जी जबान बाई करती है हलाले पे बात करो तुम भी हलाले की पैदाइश हो इसलिए दर्द हो रही है हलाले की पैदाइश हो हलाले की पैदाइश हो मैं पूछ रहा हूँ हलाले की पैदाइश हो बताओ जरा बातों का जवाब दो लगता है तुम किसी ने हलाला किया हुआ है हलाले की पैदाइश हो बताओ तो सही फाइनल गश्ती दे बच्चे हलाले की पैदाइश हो बताओ ना जरा हलाला किस तरह हुआ था ਗੱਲ ਕਰ ਲੋ ਗਾਲ ਨਾ ਕੱਢੋ ਗਾਲ ਨਾ नहीं गाल नहीं काट रहा मैं मुझे पहले हलाले का जवाब दे हलाला पहले मुझे बात कर इन्होंने जब कंजर करके खोलने में पहले हलाले पे बात करे पहले हलाले पे मैंने पूछा इनसे मुझे हलाले कर दिया आज मैंने मुफ्ती साहब बैठे हैं उनको बात करने दें कोई गलत बात ना करें मैंने हलाले पे बात कर मलक साहब मुफ्ती साहब बैठे हैं आमन नजीर भाई बैठे हैं आप यार गालियां दे रहे हैं गाली कौन नहीं दे रहा मैंने हलाले का पूछना सबसे पहले मुझे कोई गाली ना दे नहीं हम गाली नहीं दे मैं गाली एक भी नहीं देती
मैं पूछा ਅੱਛਾ हलाले ਗੱਲ पे ਹੈ पहले ਵੇ बात करो। ਹਲਾਲੇ ਤੇ ਕਰ ਲੈਨੇ ਆ हाँ जी, ਲੇਕਿन करो ਗੱਲ ਤੇ बात ਕਿਸੇ शुरू करो बात शुरू मुफ्ती साहब ਯਾਰ ਗੱਲ ਕਰਨ ਵੀ ਤੇ ਦੇ ਹਲਾਲੇ ਤੇ ਹੀ ਕਰਨੇ ਆ ਗੱਲ ਕਰਨ ਵੀ ਤੇ ਦੇ हाँ करे हाँ मुफ्ती ठीक है शुरू करें हलाला की जायज है पता है क्यों क्योंकि आप उन चीजों पे आते ही नहीं है जो आपने इधर लफट इस्लाम का जिस जोड़िया बगाया हुआ है ਯਾਰ ਸੈयਦ ਸਾਹਿਬ ਇਹਦੇ ਕੋਲੋਂ ਨਾ ਇਹਨੂੰ ਗੱਲ ਕਰਨ ਦੀ ਤਹਿਜ਼ੀਬ ਸਿਖਾਓ हाँ ਕੋਈ जी, 1 ਮਿੰਟ इसीलिए ਇਹ ਗੱਲ ਕਰ मुफ्ती ਲੈ साहब आपने बात 1 ਮਿੰਟ शुरू ਮੈਂ की ਗੱਲ थी, ਕਰ ਲੈਣਾ मुफ्ती साहब ਸੈयਦ ਸਾਹਿਬ ਇਹਦੇ ਕੋਲ ਟਾਈਮ ਸੈੱਟ ਕਰੋ मुफ्ती साहब आपने बदतमीजी से बात शुरू की, इसलिए मैंने बात आपसे बड़ी गल कर दो जवाब ते ले लेवे मुफ्ती साहब आप तमीज से बात करेंगे हम भी करेंगे आप बदतमीजी के जो शुरू करेंगे हम भी बदतमीजी आपसे करेंगे। बदतमीजी की इधर तेरा प्यो लगे आई इधर मेरे नाल गल कर फिर ये देखें ना, अब तुम फिर बकवास कर रहे सईद हो। साहब कोई गाल गोल नहीं करनी है जी। हाँ जी, गाल नहीं करनी, मैं ये पूछा मुझे हलाले की बात बताओ। मैंने हलाले पे बात करनी मुफ्ती साहब से, मुझे नहीं किसी बात करनी। बीबी दा पुत्र हाँ जी, हलाले पे बात करने से पूछे हलाला किस तरह क्या है। पहले हलाले पे बात करने जी, जो इस्लाम में कंजर खाना खोला हुआ ना आप लोगों ने, पहले इस पे बात करो जो हलाला है। 1 मिनट चुप करो क्या क्या बलोच साहब तुसा जी मैंने बात कर ली थी आपसे, आप क्या कह रहे थे? हलाले के ऊपर जवाब दे प्लीज, मैंने सवाल। चले आप भी ਓ जरा ਯਾਰ ਮਰ ਜਾ ਛੁਰੀ ਥੱਲੇ ਤੇ ਆ ਜਾ ਤੂੰ ਤਾਂ ਗੱਲ ਹੀ ਨਹੀਂ ਕਿਸੇ ਨੂੰ ਕਰਨ ਦਿੰਦਾ फड़कन लग गया गल नहीं क्या बलोच ना गल करो सलाम ने यार बलोच साहब आप आराम से बात ਹਾਂਜੀ कर ਬਲੋਚ लेंगे। ਸਾਹਿਬ ਆ ਜਾਓ ਬਈ कोई मसला परेशान। अच्छा मेरे 2 सवाल थे, वैसे ही मैंने कहा चले बैठा हूँ आपको देखा, मैंने कहा पूछ लेता हूँ, तो पूछ सकता हूँ क्या आपसे 2 सवाल? पूछो जो मर्जी पूछो। अच्छा मैं करता हूँ अल्लाह सिग्नल सही नहीं है कि मुझे आवाज नहीं आ रही। ਸਿਗਨਲ ਠੀਕ ਨਹੀਂ ਤੁਹਾਡੇ ਆਵਾਜ਼ ਠੀਕ ਨਹੀਂ ਆ ਰਹੀ बलोच साहब आवाज सही नहीं आ रही। आवाज पहले सिग्नल ठीक कर लो तो फिर बोलिया जी मैं आवाज़ सही करता हूँ जी, सही करता हूँ आवाज़। जो गाली देगा उसको नीचे उतार देंगे, तमीज और तहजीब से बात सही करें। हुई है जी। या फिर कितने दफा मिलते हैं आराम से बात करो। मैंने कहा आवाज़ आ रही है, अब सही आ रही है भाई? अब ठीक है, अब ठीक। अच्छा मैंने पूछना था अल्लाह ताला के सिवा किसी और को सजदा नहीं कर सकते, ऐसी है जी? नहीं कर सकते हैं। तो क्या हज़रत आदम अलैहिस्सलाम को फरिश्तों ने सजदा किया था? हाँ किया था। इसका क्या मतलब है जी? एक तो ये सवाल हो गया, दूसरा ये हो गया हज़रत ईसा अलैहिस्सलाम का, अल्लाह ताला ने फरमाया औरत और मर्द के मिलाप से बच्चा पैदा होता है। जी ये दोनों का जवाब दें मुझे। अच्छा आमिर भाई जवाब दियोगे कि मैं दिया? दो सही दादा। अच्छा आपका जो पहला सवाल है वो क्या है? आप बारी बारी एक एक सवाल कर लें और उसका जवाब ले लें जी। हेलो भाई जी कितने टुर गए हो? भाई आवाज़ नहीं आ रही? नहीं आ रही। हाँ जी हाँ जी। अच्छा मैंने पहला सवाल किया था आपसे हज़रत आदम अलैहिस्सलाम का। हजरत आदम अलैहिस्सलाम, क्या हो गया आदम अलैहिस्सलाम? अल्लाह ताला के सिवा किसी और को सजदा नहीं कर सकते, तो हज़रत आदम अलैहिस्सलाम को फरिश्ते सजदा कर रहे थे जी। हाँ तो वो अल्लाह ने खुद दिया था ना हुक्म। अल्लाह ताला ने तो हुक्म दिया है कि अल्लाह के सिवा किसी और को सजदा नहीं कर सकते। अल्लाह ने खुद हुक्म दिया है ना कुरान के अंदर। अल्लाह ने तो हुक्म दिया अल्लाह के सिवा किसी और को सजदा नहीं कर सकते। मैं कह रहा हूँ आदम अलैहिस्सलाम को फरिश्तों को अल्लाह ने हुक्म दिया था कि सजदा करो। हेलो अल्लाह ताला ने फरमाया सजदा नहीं कर सकते। यार एक तो आपकी आवाज कट रही है। वो सूरह अल बकरा के अंदर अल्लाह पाक क्या इरशाद फरमाता है कि वइज़ क़ुलना लिल मलाइकति इसजुदू लि आदम। अल्लाह कहता है कि भाई मैंने मलाइका को कहा कि सजदा करो।
وہ اللہ نے حکم دیا نا آدم کو سجدہ کرنے کا، للملائکۃ اسجدوا لآدم فسجدوا الا ابلیس ابا واستکبر وکان من الکافرین۔ میں یہی تو کہہ رہا ہوں کہ اللہ نے خود حکم دیا تھا کہ آدم کو سجدہ کرو۔ کوئی بات سمجھ آئی ہے کہ نہیں آئی؟ جی مجھے تو سمجھ آ گئی ہے، میرے خیال سے آپ کو سمجھ نہیں آ رہی، میں پوچھ رہا ہوں۔ اللہ تعالیٰ نے فرمایا ہے، اللہ تعالیٰ واحد لا شریک ہے، نبی اور رسولوں نے فرمایا ہے، اور اللہ تعالیٰ کے سوا کسی اور کو سجدہ نہیں کرنا۔ تو یہ اللہ تعالیٰ کیسے کہہ سکتا ہے کہ آدم علیہ السلام کو سجدہ کرو؟ اللہ کیسے کے کہہ سوا سکتا کسی ہے؟ وہ اور اللہ ہے، وہ کہہ سکتا ہے۔ آپ اللہ پر آرڈر تو نہ چلائیں، کیسے کہہ سکتا ہے؟ وہ اللہ ہے، وہ جو مرضی کرے۔ ان اللہ علی کل شیء قدیر، وہ ہر چاہت کے اوپر قادر ہے، وہ جو چاہتا ہے وہ کرتا ہے۔ آپ تو نہ آرڈر لگائیں، آپ تو مخلوق ہیں، آپ نے خالق کے اوپر آرڈر لگانے شروع کر دیے ہیں کہ اللہ تو نے یہ ایسے کیوں کیا کیوں کیا۔ یہ وائے کا سوال اللہ سے نہیں کر سکتے کہ اللہ نے ایسا کیوں کیا۔ جی اگر یہ بات کلیئر ہو گئی ہے تو پھر اگلے سوال کی طرف بڑھیں۔ جی استاد محترم، یہاں پہ میرا ایک سوال ہے، یہ جو ہے نا، پہلے انہوں تے کلیئر ہون دے، سنو وہ تے بول دے ہی نہیں پیا بندہ، کی ہو ٹوری گیا پتہ نہیں کی ہے چکر، اور رہن دے۔ یہ جو ہے نا کہ مرزا صاحب نے بھی کہا کہ میرے لیے بھی وہی جو آیت ہے۔ یہ دوسرا سوال کیڑا سی؟ دوسرا سوال میرے بھی ذہن چ نکل گیا، میرے خیال سے عیسیٰ علیہ السلام پر تھا۔ نہیں وہ کی ہے عیسیٰ علیہ السلام نو کی ہویا ہے؟ بن باپ والا ہے نا؟ نہیں بن باپ والا نہیں، نہیں کیڑا سوال کیتا سن، وہ ٹوری گیا بچوں۔ چلو بھائی اور کوئی قادیانی آؤ بھائی، قادیانی رل کے آؤ بھائی، رل کے آؤ بھائی، لیکن اے وے کہ گل نہ صاف بھی لیا کرو، اگلے بندے نو سوال کر کے تسی بولن دا موقع ہی نہیں دیندے۔ بھائی سوال کر لیا جے نا تے اگلے نو تے بولن دا موقع دیو تاکہ وہ جواب دے سکے۔ حد ہو گئی ہے۔ شاہ جی کون ہے؟ مفتی صاحب شاہ جی سے پوچھ لیں یہ کون؟ ہاں وہ یہ کہہ رہے ہیں، سوال تھا کہ اللہ نے فرمایا کہ مرد اور عورت کے ملاپ سے بچہ پیدا ہوتا ہے، ہم نے انسان کو مرد اور وہ آیت ان سے میں نے پوچھنی تھی، وہ کون سی آیت ہے کہ اللہ نے جو کہا ہے کہ مرد اور عورت کے ملاپ سے بچہ پیدا ہوتا ہے؟ جی اچھا، میں یہ کہہ رہا تھا مفتی صاحب کہ مرزا قادیانی نے بھی اسی آیت کو کہ قالو اتجعل فیہا من یفسد فیہا، اس کو کوڈ کر کے مرزا قادیانی نے یہ کہا ہو کہ اللہ نے میرے لیے بھی جیسے آدم کے لیے کہا تھا نا کہ سجدہ کرو، میرے لیے بھی یہ وہی نازل ہوئی ہے کہ جس طرح آدم کے لیے سجدے کا حکم ہوا، میری بھی نسبت یہی وہی۔ مرزا قادیانی سجدہ کرواندہ رہا ہے نا، وہ تے ساڈے کو دلائل موجود نے۔ مرزا قادیانی نو آ کے قادیانی جڑے سن سجدہ کردے ہوندے سن تے اگوں خوش ہو کے انہاں نو تھپکی دیندا ہوندا سی۔ انہیں تو خود اللہ ہونے دا اے جڑی میں کتاب ہے نویں لکھ رہا واں مرزئی عقائد باطلہ، او دے وچ اے ہوئی اے دے اوتے بڑی تفصیلی گفتگو ہوئی ہے توحید دے چیپٹر دے وچ نا، توحید دے چیپٹر چ بڑی تفصیلی ہے اس چیز دے اوتے گفتگو میں کیتی ہے۔ السلام علیکم تمام بھائی میرے۔ جی وعلیکم۔ جی کون آئے؟ آواز آ رہی ہے آپ لوگوں؟ جی آ رہی ہے۔ ہاں جی بہت شکریہ۔ کیسے ہیں آپ سب؟ خیر آپ کیسے ہیں؟ بہترین۔ اچھا یہ ایک سوال تھا مرزا صاحب کے متعلق، آواز آ رہی ہے؟ او بھائی جی بولو گے تو آئے گی نا آواز، بولو گے نہیں کنج آواز آئے گی دسو؟ ناراض نہیں ہو بھائی، اچھا میں ناراض نہیں ہوں، اصل میں نیٹ کا مسئلہ چل رہا ہے اس وجہ سے۔ مسئلے بڑے چل دے نے پہ، اللہ ہی خیر کرے۔ جی ہاں وہ میں یہ سوال کر رہا تھا کہ یہ مرزا صاحب بولتے ہیں کہ میرے اوپر جو ہے نا وہ
वही आती थी, तो हम अल्लाह पाक ने तो आप सल्लल्लाहु अलैहि वसल्लम को ख़ातमुन नबी करके और वही का सिलसिला तो मनसूख हो गया, बंद हो गया, तो वो कैसे ये दावा कर रहे थे कि मेरे ऊपर वही आती है? तो ये थोड़ा सा इस पे बता कहाँ दें। कहा है मिर्जा साहब ने कि मेरे ऊपर वही नाज़िल हो? नहीं, ये उनका दावा है ना कादियानियों का ना, ये वो कहते हैं कि हम मिर्ज़ा साहब को जो है ना वही आती थी, इल्हाम होता था, और वो जो बोलते थे वो मतलब अल्लाह ताला उनसे कलाम करता था। तो मैंने कहा कोई दलील, कोई हवाला तो देना कि कहाँ मिर्जा साहब कहते हैं मेरे ऊपर वही नाज़िल होती है, इल्हाम होता है। वो मुझे कादियानी ने कहा था अपने मुफ्तियों से जाकर पूछना। नहीं, इल्हाम मिर्जे को हो, पूछना मुफ्ती से जाके। मैंने तो उनसे कहा ना, मैंने उनसे कहा कि जब वही का सिलसिला ही बंद हो गया तो सवाल ही नहीं बनता आने का। नहीं, वो तो पहले तो हवाला होगा तो उसके ऊपर जवाब देंगे ना। हवाला ही नहीं होगा तो बगैर हवाले के कैसे जवाब दें? ये बात तो सही है, लेकिन वो हवाला उन्होंने नहीं दिया था, उन्होंने बोला उन्होंने नहीं दिया। उनसे पूछे ना जाके, आपने पूछा क्यों? चलें ठीक है, उनसे पूछें, और जब आपको वो बताएंगे ना जो हवाला, तो फिर आके हमसे बात करिए। ठीक हो गया, बहुत शुक्रिया। बिल्कुल ठीक। जी शाह जी बैठे हुए हैं काफी देर के। ओ बाजी मुफ्ती साहब वैसे ही आपको सुन रहा था। अच्छा, हाँ, मैं तो समझा कि कादियानियों की ब्रॉडकास्ट है। मेरा दिल कर रहा था कुत्ते कादियानी को गाली देता जाऊं, गुलाम मोहम्मद को। खुशी होती है। अपना इधर काम ही नहीं है, ये तो अपने लोग हैं ना, इसलिए चलते हैं यहाँ से। फिर मेरे पास इनकी जितनी ब्रॉडें आती है ना, मैं तो गाली देता हूँ ना, मेरे को बड़ा सुकून मिलता है। पता नहीं चक्कर क्या है। नहीं, गाली नहीं देते, हवाला देते। नहीं, इस कुत्ते के लिए साथ कोई बहस नहीं सर, कोई हवाला नहीं। गाली देने का मना किया गया ना। मोमन की ये शान नहीं है कि मोमन गालियां दे। नहीं, ये तो बाकी बात आपकी बात ये, पर इस कज़ाब को गाली देने से ना दिल को पता नहीं अजीब सी खुशी होने लग जाती है। जब भी बोर होता हूँ ना, मैं लाइव वाले सिस्टम में आ जाता हूँ। वो तो ठीक है, आप किताब पढ़ के सुनाएंगे ना, तो वो किताब पढ़ना ही कादियानी के लिए गाली है। जब किताब खोलेंगे कादियानी को वो गालियों से ज्यादा तकलीफ हो। ये लोग ना नहीं सुधर सकते। ये इन लोगों को बस ऐसे बात को घुमा फिरा के करना जानते हैं। कोई नया बंदा जाके बैठता है ना, तो बात अपनी 5-6 बंदे बैठे होते हैं ब्रॉड पे, और उसकी नहीं सुननी, अपनी सुनाई रखते हैं। चलो सही है, ओके हो गया। आप करेंगे बात, मैं नीचे बैठ जाऊँ। ओके, अल्लाह हाफिज। अल्लाह हाफिज। अच्छा अमर भाई, अस्सलाम वालेकुम। आपसे एक सवाल है मेरा। ये जो अल हकम के अंदर जब ये छपा, जिसमें ये है कि कादियान के आर्या व सनाउल्लाह अमृतसरी। मेरी आवाज़ आ रही है ना आपको? आ रही मैं उस्मान भाई। अच्छा, सवाल ये है कि वहाँ पे आर्या को कहा गया कि आप कसम खाएं, साथ नीचे ये भी लिखा कि सनाउल्लाह ने भी कोई निशान सदाकत बतौर खार के आदत ना देखा है, नहीं देखा, तो वो भी कसम खाकर ये कह लें ताकि मालूम हो कि खुदा ताला किसकी हमायत करता और किसकी कसम को सच्चा करता है। ये मीर सलीम ने इसको बड़ा करके हाईलाइट किया हुआ है। मीर सलीम ने इसको हाईलाइट किया हुआ है। वो इससे दलील ये बना रहा है कि यहाँ से मिर्ज़ा साहब की भी, यानी कि हमारी तरफ से भी कसम खाने की बात थी। जी। तब अच्छा, उसकी वो दलील ये देता है कि यहाँ पे ये जो लफ्ज़ है ना, कि किसकी कसम को सच्चा करता है अल्लाह ताला। इसका मतलब कि सनाउल्लाह अमृतसरी को भी कहा गया कि कसम खाएं। इसका मतलब वो कहना चाह रहे हैं कि हम भी फिर मद्दे मुकाबल कसम खाएंगे। फिर इसके बाद फिर भी ये जो इश्तिहार दिया गया कि मुबाइला के वास्ते मौलाना सनाउल्लाह अमृतसरी का चैलेंज मंजूर किया गया, ये कसम खाने पे, कसम खाने वाली जो बात है ना, तो इसलिए ये कह रहे हैं कि ये बाद में कि जब हमने ये कह दिया है कि हम भी कसम खाएंगे, आप भी कसम खाएं, तो इससे क्यों परहेज किया, ये दूर हुए हैं मौलाना सनाउल्लाह अमृतसरी। इसका क्या जवाब है?
اصل بات یہ ہے کہ یہ جو رسالہ لکھا تھا نا مرزا قادیانی نے قادیان کے آریہ اور ہم، اس رسالے میں مرزا قادیانی نے قسمیں کھا کھا کر اور لانتیں ڈال ڈال کر اپنے اوپر قادیان کے آریوں کو، وہ جو اس کے بچپن کے دوست تھے لالا شرم پت اور ملاوہ مل وغیرہ، ان کو یقین دلایا ہے کہ میرے الہامات سچے ہیں اور خدا کی طرف سے ہیں وغیرہ وغیرہ۔ اب ان کو تو قسمیں کھا کھا کے اس نے یقین دلایا ہے۔ یہ جو یعقوب عرفانی نے مولانا ثناء اللہ امرتسری کو اس میں ایڈ کیا ہے نا، کہ جب اس کتاب کا اشتہار لکھا ہے تو ساتھ اضافہ کر دیا ہے کہ ہم مولوی ثناء اللہ امرتسری صاحب کو بھی کہتے ہیں کہ وہ بھی قسم کھا کے دیکھیں، تو ان کے کہنے کا مطلب یہ ہے کہ بھئی ہم نے تو قسمیں کھا دی ہیں کہ مرزا قادیانی کے الہامات سچے ہیں اور جھوٹے نہیں ہیں اور خدا کی طرف سے ہیں۔ مولوی صاحب سے التماس ہے کہ وہ بھی قسم کھا۔ اب مولانا ثناء اللہ امرتسری کو تو صرف اپنی طرف سے قسم کھانے کا کہا گیا کہ آپ قسم اپنی طرف سے کھا کے دکھائیں، انہوں نے کہا میں قسم کھانے کے لیے تیار ہوں۔ جہاں تک ان کی قسم کی بات ہے، پہلے یہاں پر تو ان کی بات، ان کی قسم میں صرف اور صرف قادیان کے آریہ مخاطب، مولانا ثناء اللہ امرتسری مخاطب نہیں۔ جب انہوں نے صراحت کی اپنی قسم کی صراحت کی کہ ہم بھی قسم کھائیں گے، وہ ہے 4 اپریل کا، ٹھیک ہے، جس میں انہوں نے کہا ہے کہ آپ قسم کھائیں گے تو ہم بھی قسم کھا دیں گے۔ تو مولانا ثناء اللہ امرتسری نے کہا بھی تمہاری قسم پر تو کوئی اعتبار نہیں کرتا، تم تو تتے توے پر ڈیش 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 بھی رکھ دو نا اور پھر قسم کھاؤ، تو ہم تمہاری قسم پر اعتبار نہیں کرتے۔ پہلا جو الحکم کا جو آپ جس کی طرف اشارہ کر رہے ہیں، اس میں انہوں نے ایک بات کا ذکر کیا، لیکن مولانا ثناء اللہ امرتسری کو یہ نہیں کہا کہ ہم تمہارے بالمقابل قسم کھائیں گے یا ہم نے قسم کھا دی ہے۔ یہ تو قادیان کے آریوں کی بات کر رہے ہیں۔ وہ مولانا ثناء اللہ امرتسری کو جب انہوں نے کہا 4 اپریل والے البدر میں کہ ہم جوابتاً ہم بھی قسم کھائیں گے، آپ بھی قسم کھائیں ہم بھی قسم کھائیں گے، تو مولانا ثناء اللہ امرتسری نے کہا بھی تمہاری قسم نہ ہم نے مانگی ہے نہ ہم اس پر اعتبار کرتے ہیں، تم نے مجھ سے قسم کا تقاضا کیا، میں وہ قسم کھانے کے لیے تیار۔ تو مولانا ثناء اللہ امرتسری تو صرف اس کو اپنی طرف سے قسم کھانے کا کہہ رہے ہیں کہ میں قسم اپنی طرف سے کھانے کے لیے تیار ہوں۔ جہاں تک ان کی قسم کی بات ہے، ان کی قسم پر کون اعتبار کرتا ہے؟ یہ ملحد لوگ ہیں، اور یہی مولانا ثناء اللہ امرتسری نے لکھا ہے کہ تم تو ملحد ہو، تمہاری قسم کا کون اعتبار کرتا ہے؟ ٹھیک ہے، لیکن وہ پھر دلیل اس کو بناتے ہیں، وہ جو میرے خیال 31 ہے یا پتہ نہیں، وہ بھی 19 اپریل کا جو مولانا ثناء اللہ امرتسری نے جواب دیا، اس میں وہ دلیل اس کو بناتے ہیں، کہتے ہیں کہ حالانکہ مولانا ثناء اللہ امرتسری کا یہ جملہ ہے، حالانکہ مباہلہ اس کو کہتے ہیں جو فریقین مقابلے پر قسم کھائیں۔ تو جب وہ 4 اپریل میں کہہ دیا تھا کہ آپ بھی قسم کھائیں ہم بھی قسم کھائیں، تو ایک طرف سے یہ تو مباہلہ ہی تھا نا، تو پھر اور انہوں نے بھی یہ جملہ ادا کر دیا کہ مبالغہ کہتے ہی اسے ہیں کہ فریقین آپس میں قسم کھائیں۔ تو جب ہم نے کہہ دیا کہ قسم کھانے کے لیے ہم تیار ہیں، آپ بھی قسم کھا لیں مولانا صاحب، تو اب اس سے فرار اختیار کیوں کیا گیا؟ یہ دوسری دلیل پھر یہ دیتے ہیں۔ اچھا، اس کا جواب یہ ہے کہ یہ جو بات انہوں نے لکھی ہے نا مولانا ثناء اللہ امرتسری نے کہ مباہلہ تو یہ ہوتا ہے کہ فریقین آپس میں قسمیں کھائیں، دونوں فریقین قسمیں کھائیں، اصل میں یہ پورا سیاق و سباق سے ہٹا کے صرف ایک فکرہ پیش کرتے ہیں کہ مولانا ثناء اللہ امرتسری نے کہا کہ مباہلہ دونوں طرف سے قسمیں کھانے کا نام ہے، بس ایک فکرہ پیش کر، پوری بات نہیں پیش۔ پوری بات یہ ہے کہ جب انہوں نے مرزائیوں نے یہ دھوکہ دینے کی کوشش کی کہ مولانا ثناء اللہ امرتسری کا مباہلے کا چیلنج قبول ہو گیا ہے، لیکن صرف یہ ہے کہ حقیقت الوحی چھپنے کے بعد ہوگا مباہلہ، آپ قسم کھائیں گے ہم بھی قسم کھائیں گے، یہ ہے پوری بات۔ تو مولانا ثناء اللہ امرتسری نے کہا بھئی آپ کی قسم تو مجھے قبول نہیں ہے، نہ میں نے آپ سے مانگی ہے، نہ میں آپ کی قسم پر اعتبار کرتا ہوں، اور دوسری بات یہ ہے کہ یہ مباہلہ ہے نہیں، آپ کہتے ہیں صرف لعنت اللہ علی الکاذبین کہہ دو، تو انہوں نے کہا کہ یہ مباہلہ نہیں ہے، یہ تو صرف قسم کھانے کا نام۔ میں نے تم سے قسم کا نتیجہ کیوں پوچھا ہے؟ اس لیے پوچھا ہے کیونکہ یہ مباہلہ نہیں ہے۔ مباہلہ یہ ہوتا ہے کہ دونوں فریقین قسمیں کھاتے، میں آپ کی تو قسم پر اعتبار ہی نہیں کرنے والا، نہ میں آپ سے قسم مانگ رہا ہوں۔ اگر دونوں قسمیں کھا کر اپنے
दावे को सच्चा कहते और फिर बददुआ करते, फिर तो मैं आपसे मुबाहले के नतीजे क्या मुतालबा ना करता कि बताओ नतीजा क्या होगा, फिर तो मैं लानत अल्लाह अलल काज़िबीन का नतीजा जो भी आता ना उस पर खड़ा हो जाता। लेकिन यहाँ पर सिर्फ एक तरफा कसम का तकाजा किया गया है, तो ये मुबाहला तो है नहीं, तो इसलिए मैं आपसे पूछ रहा हूँ कि इसका नतीजा क्या होगा जो आप मुझसे कसम मांग रहे हैं। वो इसको एक तरफा नहीं ना बना रहे, यही भाई वो अपनी तरफ से दो तरफा कहते रहे। दो तरफा कसम तब होती है जब दोनों फरीकैन उस पर एग्री हो जाएं। क्या मौलाना सनाउल अमृतसरी इस बात पर एग्री हुए कि दोनों कसम खाएंगे? नहीं ना हुए, एग्री नहीं हुए, कभी भी नहीं हुए, क्योंकि उन्होंने कहा मैं तो आपकी कसम पर तबारी नहीं करता। फिर दूसरा है, मैंने तुमसे कसम मांगी भी नहीं है, तुमने मुझसे मुतालबा किया है कि तुम कसम खाओ, तो मैं कसम खाने के लिए तैयार हूँ। इसी का मैं नतीजा पूछ रहा हूँ आपसे। तो मुबाहला तो उन्होंने कहा कि ये होता है। मुबाहला अगर होता, क्योंकि वो लानत अल्लाह अलल काज़िबीन का कह रहे थे ना कि मौलाना सनाउल अमृतसरी नतीजा पूछ रहे हैं, तो लानत अल्लाह अलल काज़िबीन से होते हुए नतीजा पूछना मौलाना सनाउल अमृतसरी की जहालत है। तो उन्होंने कहा भाई बात यह है कि लानत अल्लाह अलल काज़िबीन ये तो है मुबाहले के लिए, तो यहाँ मुबाहला तो हो नहीं रहा, यहाँ पर तो कसम है सिर्फ, और वो भी एक तरफा, दो तरफा भी नहीं है। अगर दो तरफा होती तो आप इसको मुबाहला कह सकते थे। तो जब वो कह रहे हैं कि मैं दो तरफा कसम पर एग्री नहीं हूं, ना मैं तुम्हारी कसम पर एतबार करता हूं, मुझसे या कसम ले लो या मुबाहला करना है तो उसी शर्त पर जो 96 वाली है, वो कौन सी है? वो 1906 में भी उन्होंने लिखी हुई है। 1906 में भी उन्होंने लिखी हुई है कि मैंने 1896 में भी यही बात कही थी, आज 10 साल बाद भी यही बात कह रहा हूं कि मैं मुबाहले के लिए सिर्फ आज से नहीं तैयार, 1896 से तैयार हूं। और वो मुबाहला क्या है? मुबाहले से पहले होगा मुनाजरा। मुनाजरे की बात सुन के मिर्जा कादियानी की जाती थी जान। ये है असल झगड़ा। वो कहते थे मैं मुबाहला करने के लिए तैयार हूं, मुबाहले में हम दोनों पहले मुनाजरा करेंगे, उसके बाद मुबाहला करेंगे, उसमें सिर्फ इतना ही कहेंगे लानत अल्लाह अलल काज़िबीन, फिर जो भी नतीजा होगा दुनिया देख लेगी। वो असल में ये बात ठीक है, वो मुनाजरे वाली जो बात थी ना, मुबाशरे वाली बात उनकी थी। असल में दजल ये देते हैं कि जब वो फिर जवाब इसका दिया ना 19 अप्रैल को जब जवाब दिया है कि ये जो जहाँ पे ये उसका लफ्ज़ हाईलाइट करते हैं कि मुबाहला उसको कहते हैं फ्रीकैन, मुकाबले पे कसम खाए, उसमें वो वाली जो बात मुबाशरे वाली बात है ना, वो इसमें कोड नहीं की गई, उसको कट करके ये अपनी तरफ से फिर कहते हैं कि नहीं ये तो जान बयान की तरफ से कसम थी, बात थी। अच्छा चलें, ये मुबाहला यहाँ पे रुक गया, खत्म होगी, तो अब बात यहाँ पे होगी या खत्म कि मुबाहला तो हुआ ही नहीं, तुम जो मर्जी कहो। जो कि शर्त थी मौलाना सनाउल अमृतसरी की वो तो पूरी नहीं हुई, लेकिन उन्होंने इसको भी कबूल नहीं किया कि मैं इस तरह, अगर तुम कसम खिलाना चाहते हो, तुम भी खाना चाहते हो, तो पहले नतीजा बता दो। नतीजा ये बता नहीं सके, मुबाहला हो गया बिल्कुल कैंसिल, ये हमारी दलील बन गई। अब उसके बाद इश्तिहार आखिरी फैसला दिया है, और इस इश्तिहार आखिरी फैसला को मुबाहला नहीं कह सकते, और ना ही मुबाहले का चैलेंज मिर्जा कादियानी दे ही सकता था, जैसे कि वो जाजुल मसीह में भी कह चुका हुआ है और अपनी बड़ी कुतुब में ये दर्ज है। तो ये मुबाहला नहीं हुआ। अब हाँ जी, बस इतनी सी जी ना, ऐसे ही ना अमर भाई। हाँ जी जाज़े अहमदी में कहा, जाजुल मसीह में नहीं। हाँ जी, तो बात खत्म होगी, तुम जो मर्जी ये मुझे जहाँ तक मुबाहले की बात है ना उस्मान भाई, मुबाहले के मनसूख होने पर हमने 2 दलीलें रखी थी राजा ताल मनान साहब के आगे। एक को सुनकर तो उनके हाथ पांव फूल गए थे कि ये कहाँ से आया, ये कौन है, ये मुझे हवाला भेजे, मुझे तहरीर भेजे, मुझे तो पता ही नहीं इस तहरीर का। दूसरा जो था ना, दूसरा हवाला जो मैंने अपनी आखिरी टर्न में पेश किया था, और मैंने कहा था इसका जवाब दे लें क्योंकि आपकी आखिरी टर्न है, बेशक इसका जो जवाब आपसे बन पड़ता है दे लें, पिछली सारी गुफ्तगू को आप वाइंड अप कर लें, उसको कंक्लूड कर लें, लेकिन नई बात नहीं आपने कर। आखिरी टर्न में मैंने जो हवाला पेश किया था वो मुफ्ती सादक का हवाला था, अल बदर का वो एडिटर था, मिर्जा गुलाम अहमद कादियानी का बायां बाजू था, दायां बाजू अल हकम और बायां बाजू अल बदर। अल बदर का एडिटर है मुफ्ती सादक, जो कहता है कि मैं जूतियों का गुलाम हूँ, मैं तो हजरत साहब की जूतियों का गुलाम हूं। उसने ये लिखा था कि जब साहब के दिल में मशीयत इज़्ज़ी ने तहरीक करके आपसे मुबाहले, आपसे दुआ का इश्तिहार छपवा दिया, आपसे मशीयत इज़्ज़ी के साथ दुआ का इश्तिहार छपवा दिया, तो मुबाहले वाली बात और हकीकतुल वही भेजने वाली बात, वो शर्तें मनसूख हो गई, क्योंकि मुबाहला तो हुआ नहीं है ना। बात समझ गए? वो भी मान रहा है कि मुबाहला मनसूख हो चुका है। अल बदर
7 जून 1907 को मौलाना सनाउल्लाह अमृतसरी खत लिखकर, रजिस्ट्री खत लिखकर भेजते हैं, पूछते हैं कि हकीकतुल वही छप गई है, मुझे क्यों नहीं भेजी? कहते हैं कि हकीकतुल वही भेजने की शर्त थी, मशरूत थी मुबाइले के साथ, लेकिन मुबाला हो नहीं सका तो शर्तें भी मनसूख हो गई, मुबाला खत्म हो चुका है। ये जब मैंने आखिरी टर्म में बात की पेश, तो इसका जवाब राजा ताउल मनान साहब नहीं दे सके। वो मौजूद है रिकॉर्ड पर, कुछ जवाब नहीं उन्होंने दिया। इन्होंने एक तवील गढ़ी है इसकी, इन्होंने तवील ये गढ़ी है कि इन्होंने अखबार की डेटें बदल दी हैं, जबकि वो जो छपी है वो तो छपी है 15 मई को जाके ना। हाँ, हकीकतुल वही तो 15 मई को छपी है। हाँ जी, 15 मई को इन्होंने अगर उधर की डेटें चेंज कर दी हैं अपनी बात को सही साबित करने के लिए, होनी तो नहीं है, लेकिन उसकी डेटें कैसे चेंज की? मसलन किसकी डेट किससे चेंज की है? हो नहीं ना सकती। उस्मान भाई देखें, इश्तेहार छपा है 15 अप्रैल को, ये क्लियर है जी। किताब छपी है 15 मई को, ये भी क्लियर है जी बिल्कुल। जो ओल्ड एडिशन है और नए एडिशन में इन्होंने डेट और डाली हुई है। नहीं, जो मर्जी डालें, वो तो अब पुराने, वो जो डेट छपी है पहला एडिशन है उसमें तो 15 मई है ना। किताब छपी है 15 मई को, इश्तेहार छपा है 15 अप्रैल को, खत का जवाब दे रहे हैं 7 जून को। मुफ्ती सादिक खत का जवाब दे रहा है 7 जून को और कह रहा है कि अब वो शर्तें मनसूख हो गई हैं, मुबाइला ना होने की वजह से मुबाइला नहीं हो सका। भाई साहब, मुबाइला कैंसिल हो चुका है, तो अब इसको कहना कि मुबाइला जो कैंसिल हो चुका है, मुबाइला जो मनसूख हो चुका है, शर्तें जो सारी मनसूख हो चुकी हैं, उसके बारे में अब ये कहना है कि ये मुबाइले की तहरीर, इससे बड़ी जहालत और धोखाधड़ी और है ही कोई नहीं। जब वो कह रहा है मुफ्ती सादिक कि मुबाइला खत्म, शर्तें खत्म, हकीकतुल वही भेजने की शर्त खत्म, क्यों? मुबाइला ही नहीं हुआ। मुबाइला होता तो फिर आपको भेजते ना किताब। अब तो एक दुआ का इश्तिहार छापा है, मशीयत इज़्ज़ी ने हमारे हजरत साहब के दिल में एक तहरीक की है और उस तहरीक की वजह से हजरत साहब ने दुआ मांग दी है अल्लाह ताला से, बस। अब मुबाइला मुबोला कोई नहीं, ये दुआ है। अच्छा, वो जो डेट चेंज की है ना, वो मैं आपको बताता हूँ। ये इन्होंने डेट चेंज की है पॉकेट बुक के अंदर, जो मलिक अब्दुल रहमान ने लिखी है। ये देखिए, कहते हैं कि मौलवी सनाउल्लाह की ये तहरीर 29 मार्च 1907 की है, मगर उससे कुछ दिन कबल हजरत मसीह मऊद को हकीकतुल वही जो उस वक़्त ज़ेरे तसनीफ थी तहरीर फरमा चुके थे कि मैं बखुशी कबूल करूँगा अगर वो सनाउल्लाह मुझसे दरख्वास्त मुबाइला करें तो ततीमा हकीकतुल वही रूहानी खजान जिल्द ये मुबाइला की दरख्वास्त करेगा। और हजरत अक़दस की ये तहरीर कहता है कि 25 फरवरी 1907 की है, 25 फरवरी 1907 की है। और जो अहले हदीस का जो अखबार शाया कर रहा है, हवाला दे रहा है, वो दे रहा है 29 मार्च 1907 का। ये झूठ है कि हकीकतुल वही की अशात तो जो है वो 15 मई की है। नहीं, हकीकतुल वही जब से मर्जी लिखना शुरू करें और जो उसमें मर्जी लिखते रहें। भाई बात यह है कि हकीकतुल वही में अगर वो फरवरी की कोई क्या है तहरीर, वो फरवरी वाली, फरवरी 1907 वाली देखें